टू इन वन आ केजरीवाल। ये पीके वाला काम भी करता ते नाल सत्ता अपने को रखता, दूजिਆਂ ਨੂੰ नहीं दबाਉਂਦਾ। भेड़ ਜਿਹੜੀ ਆ ਤੁਹਾਨੂੰ ਸ਼ੇਰ ਲੱਗੀ ਜਾਵੇ ਤੇ ਸ਼ੇਰ ਤੁਹਾਨੂੰ ਭੇਡ ਲੱਗੀ ਜਾਵੇ, ਉਹ ਤੇ ਤੁਹਾਡਾ ਕਸੂਰ ਹੈ, ਸਾਨੂੰ ਤਾਂ ਦਿਖ ਰਿਹਾ। ਜਿਹੜੇ ਕੁੱਤੇ ਭੌਂਕਦੇ ਆ ਨਾ ਉਹ ਕੱਟਦੇ ਨਹੀਂ ਹੈਗੇ। ਇਹ ਜਿਹੜੇ ਰੋਜ਼ ਇਸ਼ਤਿਹਾਰ ਦਿੰਦੇ ਇਹਨਾਂ ਨੇ ਕਰਨਾ ਕੁਛ ਨਹੀਂ ਜੇ। ਗਧੇ ਦੇ ਅੱਗੇ ਗਾਜਰ ਟੰਗਤੀ ਆ, ਹੁਣ ਤੁਰੇ ਫਿਰੋ ਵੀ ਤੈਨੂੰ ਵੀ ਮਿਲਣੀ ਤਾਂ ਕਿ ਉਹ ਜੁੱਤੀਆਂ ਘਸਾਈ ਜਾਣ ਆਪਣੇ ਐਮਐਲਏ ਦੇ ਪਿੱਛੇ। ਹੈ ਉਹਦਾ ਮਤਲਬ। ਕੇਜਰੀਵਾਲ ਨੂੰ ਯੂਐਨਓ ਦਾ ਬਣਾ ਦਿਓ ਹੈੱਡ ਤੇ ਸਾਰੀ ਦੁਨੀਆ 'ਚ ਕਰਪਸ਼ਨ ਖਤਮ ਕਰਾ ਦੂਗਾ। ਭਗਵੰਤ ਸਿੰਘ ਮਾਨ ਤਾਂ ਪਹਿਲਾਂ ਇਹ ਕਹਿੰਦੇ ਦਿਖਾਈ ਦਿੱਤੇ ਸੀ ਕਿ ਸਾਡੀ ਕਿਹਨਾਂ ਪੰਜਾਬ ਦੇ ਵਿੱਚ ਸਰਕਾਰ ਬਣਾ ਦਿਓ, ਜਿਹੜੇ ਧਰਨੇ ਆ ਅਸੀਂ ਇੱਕ ਵੀ ਨਹੀਂ ਲੱਗਣ ਦਿੰਦੇ। ਪੱਲੇ ਨਹੀਂ ਧੇਲਾ ਕਰਦਾ ਫਿਰਦਾ ਮੇਲਾ ਲਾਹੌਰ ਦਾ ਸ਼ੌਕੀਨ ਤੇ ਜੇਬ 'ਚ ਗਾਜਰਾਂ। ਜਿਵੇਂ ਬੀਜੇਪੀ ਦਾ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਇੰਜੀਨੀਅਰ ਆਪ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦੇਣਗੇ। ਇਹ ਮਤ ਸਮਝਣ ਕਿ 5 ਸਾਲੇ ਹੁਣ ਇਹਨਾਂ ਦੀ ਪੱਕੀ ਮੋਹਰ ਲਾ ਕੇ ਤੇ ਇਹਨਾਂ ਨੂੰ ਮੌਜਾਂ ਕਰਨ ਲਈ ਭੇਜ ਦਿੱਤਾ। ਰਾਜਨੀਤਿਕ ਈਸਰੋ ਵਾ ਪੰਜਾਬ ਕੇਜਰੀਵਾਲ ਲਈ, ਇੱਥੋਂ ਉਹਨੇ ਤਾਂ ਨੂੰ ਜਾਣਾ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਆਈ, ਪੰਜਾਬੀਆਂ ਨੂੰ ਆਸ ਦੀ ਕਿਰਨ ਵੱਜੀ ਕਿਉਂਕਿ ਵਾਅਦੇ ਬੜੇ ਵੱਡੇ ਕੀਤੇ ਗਏ ਪੰਜਾਬੀਆਂ ਦੇ ਨਾਲ। ਗੱਲਾਂ ਬੜੀਆਂ ਵੱਡੀਆਂ ਕੀਤੀਆਂ ਗਈਆਂ ਪੰਜਾਬੀਆਂ ਦੇ ਨਾਲ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਕਰਾਂਗੇ ਤੇ ਕੁਝ ਬਦਲ ਕੇ ਦਿਖਾਵਾਂਗੇ ਕਿ ਰਾਜਨੀਤੀ ਕਿਸ ਤਰ੍ਹਾਂ ਦੀ ਹੁੰਦੀ ਆ, ਉਹ ਅਸੀਂ ਬਦਲ ਕੇ ਦਿਖਾਵਾਂਗੇ। ਰਾਜ ਕਿਸ ਤਰ੍ਹਾਂ ਦਾ ਹੁੰਦਾ ਬਦਲ ਕੇ ਦਿਖਾਵਾਂਗੇ। ਆਖਿਆ ਇਹ ਗਿਆ ਕਿ ਰਾਜ ਜਿਹੜਾ ਹੋਣਾ ਪੰਜਾਬ ਦੇ ਵਿੱਚ ਉਹ ਲੋਕਾਂ ਦਾ ਹੋਵੇਗਾ। ਹਜੇ ਪਿਛਲੇ ਦਿਨਾਂ ਹੀ ਪੰਜਾਬ ਦੇ ਵਿੱਚ ਜਿਹੜੇ ਸਰਕਾਰ ਦੇ 50 ਦਿਨ ਪੂਰੇ ਹੋਇਆ। 50 ਦਿਨ ਪੂਰੇ ਹੋਣ ਤੋਂ ਬਾਅਦ ਜਿੱਥੇ ਵਿਰੋਧੀ ਤੰਜ ਕੱਸਦੇ ਦਿਖਾਈ ਦਿੱਤੇ, ਵਿਰੋਧੀਆਂ ਵੱਲੋਂ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ, ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ। ਪਰ ਉੱਥੇ ਸਰਕਾਰ ਇਹ ਵੀ ਕਹਿੰਦੀ ਦਿਖਾਈ ਦਿੱਤੀ ਕਿ ਅਸੀਂ 50 ਦਿਨਾਂ ਦੇ ਵਿੱਚ ਬੜੇ ਵਾਅਦੇ ਆਪਣੇ ਪੂਰੇ ਕਰ ਦਿੱਤੇ। ਭਾਵੇਂ ਨੌਕਰੀਆਂ ਦੀ ਗੱਲ ਕਰ ਲਈਏ, ਭਾਵੇਂ ਫ੍ਰੀ ਬਿਜਲੀ ਦੀ ਗੱਲ ਕਰ ਲਈਏ ਤੇ ਭਾਵੇਂ ਪੰਚਾਇਤੀ ਜ਼ਮੀਨਾਂ ਦੀ ਗੱਲ ਕਰ ਲਈਏ। ਪਰ ਧਰਾਤਲ ਤੇ ਇਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ? ਬਦਲਾਅ ਜਿਹੜਾ ਆਇਆ ਆ ਕਿ ਲੋਕਾਂ ਨੂੰ ਇਹ ਐਕਸੈਪਟ ਆ ਕਿ ਲੋਕ ਵਾਕਿਆ ਦੇ ਵਿੱਚ ਇਹੀ ਬਦਲਾਅ ਚਾਹੁੰਦੇ ਸਨ। ਹਾਲਾਤ ਜਿਹੜੇ ਆ ਪੰਜਾਬ ਦੇ ਉਹ ਕਿਸ ਤਰ੍ਹਾਂ ਦੇ ਨੇ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਹੋਣਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ। ਪ੍ਰੋਫੈਸਰ ਸਾਹਿਬ ਸਵਾਗਤ ਹੈ ਆਰਐਮਬੀ ਟੈਲੀਵਿਜ਼ਨ ਤੇ। ਬਹੁਤ ਧੰਨਵਾਦ। ਕੀ ਹਾਲ ਚਾਲ? ਠੀਕ ਠਾਕ ਹੋ? ਧੰਨਵਾਦ ਜੀ। ਅੱਛਾ, ਬਦਲਾਅ ਦੀ ਜਿਸ ਤਰ੍ਹਾਂ ਦੇ ਨਾਲ ਪਰਿਭਾਸ਼ਾ ਦਿੱਤੀ ਗਈ ਸੀ ਪ੍ਰੋਫੈਸਰ ਸਾਹਿਬ ਵੋਟਾਂ ਤੋਂ ਪਹਿਲਾਂ, ਚੋਣਾਂ ਤੋਂ ਪਹਿਲਾਂ, ਕਿ ਬਦਲਾਅ ਲਿਆਉਣਾ ਪੰਜਾਬ ਦੇ ਵਿੱਚ, ਤੇ ਸ਼ਾਇਦ ਪੰਜਾਬੀ ਉਹਨਾਂ ਚੀਜ਼ਾਂ ਦੇ ਉੱਪਰ, ਉਸ ਗੱਲ ਦੇ ਉੱਪਰ ਖਰੇ ਵੀ ਉਤਰੇ, ਪੰਜਾਬੀਆਂ ਨੇ ਬਦਲਾਅ ਵੀ ਲਿਆਉਂਦਾ। ਤਾਂ ਕੀ ਲੱਗਦਾ 50 ਦਿਨ ਪੂਰੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਦੇ ਵਿੱਚ ਕਿ ਬਦਲਾਅ ਸਹੀ ਆਇਆ? ਮੈਂ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜਿਆ ਤੇ ਕਲੋਜ਼ਲੀ ਦੇਖਦਾ ਰਿਹਾ ਜੀ। ਹਾਲਾਂਕਿ ਚਲੋ ਤੋੜ ਵਿਛੋੜਾ ਇੱਕ ਅੱਧੇ ਸਾਲ 'ਚ ਸ਼ੁਰੂ 'ਚ 2014-15 'ਚ ਮੇਰਾ ਹੋ ਗਿਆ। ਇਹਨਾਂ ਦੇ 3 ਨਾਅਰੇ ਰਹੇ ਆ, ਇਨਕਲਾਬ ਜਿੰਦਾਬਾਦ, ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ। ਇਹ ਤਿੰਨੇ ਨਾਅਰੇ ਆਰਐਸਐਸ ਨੂੰ ਵੀ ਸੂਟ ਕਰਦੇ, ਕੋਈ ਏਡੀ ਗੱਲ ਨਹੀਂ ਹੈ। ਉਹ ਭਗਤ ਸਿੰਘ ਨੂੰ ਆਪਣਾ ਹੀ ਮੰਨਦੇ ਆ, ਉਹ ਇਨਕਲਾਬੀਆਂ ਦਾ ਜਾਂ ਲੈਫਟ ਦਾ ਨਹੀਂ ਮੰਨਦੇ, ਉਹ ਰਾਈਟ ਦਾ ਹੀ ਮੰਨਦੇ। ਬਾਕੀ ਤੇ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਤੇ ਉੱਥੋਂ ਹੀ ਚੁੱਕੇ ਆ। ਦੂਸਰੀ ਗੱਲ ਇਹਨਾਂ ਦਾ ਹੁੰਦਾ ਸੀ ਵੀ ਅਸੀਂ ਸਵਰਾਜ ਲੈ ਕੇ ਆਉਣਾ, ਕਿਉਂਕਿ ਇੱਕ ਨਵੀਂ ਪਾਰਟੀ, ਇੱਕ ਨਵੀਂ ਪੋਲੀਟਿਕਸ, ਇੱਕ ਨਵਾਂ ਕੋਈ ਸਕੀਮ ਲੈ ਕੇ ਆਉਂਦੇ। ਜਿਸ ਤਰ੍ਹਾਂ ਨਵਾਂ ਬ੍ਰਾਂਡ ਕੋਈ ਆਉਂਦਾ, ਆਪਣਾ ਮਾਲ ਮਾਰਕੀਟ 'ਚ ਸੁੱਟਦਾ, ਇਹਨਾਂ ਨੇ ਰਾਜਨੀਤਿਕ ਮਾਲ ਆਪਣਾ ਸੁੱਟਣਾ ਸੀ। ਤੇ ਦੂਸਰੀ ਗੱਲ ਸੀ ਅਸੀਂ ਸਵਰਾਜ ਲੈ ਕੇ ਆਵਾਂਗੇ। ਸਵਰਾਜ ਦੀ ਇੱਕ ਕਿਤਾਬ ਲਿਖੀ ਗਈ, ਉਹ ਪਤਾ ਨਹੀਂ ਲਿਖੀ ਕਿਹਨੇ ਆ, ਪਰ ਦਸਤਖਤ ਉਹਦੇ ਤੇ ਕੇਜਰੀਵਾਲ ਦੇ ਹੀ ਆ। ਉਹਦਾ ਨਾਂ ਆ ਸਵਰਾਜ। ਮੇਰੇ ਕੋਲ ਕਾਪੀ ਪਈ ਆ, ਤੁਸੀਂ ਪਤਾ ਨਹੀਂ ਪੜ੍ਹੀ ਕਿ ਨਹੀਂ ਪੜ੍ਹੀ। ਉਹਦੇ ਤੇ ਵਿਵਾਦ ਕਾਫੀ ਹੋਇਆ ਸੀ। ਤੁਸੀਂ ਨਾ ਉਹੀ ਸੀਗਾ ਵੀ ਸਵਰਾਜ ਦਾ ਮਤਲਬ ਜਿਹੜਾ ਪਿਛਲੀਆਂ ਚੋਣਾਂ 'ਚ ਭਗਵੰਤ ਮਾਨ ਕਹਿੰਦਾ ਰਿਹਾ ਕਿ ਪੰਚਰ ਲਾਉਣ ਵਾਲਾ ਸਾਡਾ ਐਮਐਲਏ ਤੇ ਸਾਡਾ ਲੀਡਰ ਹੋਊ ਤੇ ਮਿਨਿਸਟਰ ਹੋਊਗਾ, ਗੁੱਲੀ ਡੰਡਾ ਖੇਡਣ ਵਾਲਾ ਵੀ ਹੋਊਗਾ, ਹੋਰ ਸਾਰਾ ਕੁਛ ਇਹ ਗੱਲਾਂ ਜਿਹੜੀਆਂ ਕਰਦੇ ਸੀ। ਹੁਣ ਉਹ ਹੋ ਵੀ ਗਿਆ, ਇਹੋ ਜਿਹੀ ਗੱਲ ਨਹੀਂ। 92 ਬੰਦੇ ਆਏ ਆ, ਕਈ ਇਹੋ ਜਿਹੇ ਪੰਚਰ ਲਾਉਣ ਵਾਲੇ ਉਹਨਾਂ 'ਚ ਹੋਣਗੇ, ਕਈ ਪੰਚਰ ਪੱਟਣ ਵਾਲੇ ਵੀ ਹੋਣਗੇ ਵਿੱਚ, ਪਰ ਜਿਹੜੇ ਬਹੁਤੇ ਆ ਉਹ ਉਹੋ ਜਿਹੇ ਬੰਦੇ ਜਿਹੜੇ ਆਉਣੇ ਸੀ ਆ ਗਏ। ਪਰ
ਸਵਰਾਜ ਤੋਂ ਇਹ ਪਹਿਲਾਂ ਹੀ ਮੁੱਕਰ ਚੁੱਕੇ ਆ ਕਈ ਚਿਰ ਦਾ। ਉਹਦੀ ਹੁਣ ਨਹੀਂ ਗੱਲ ਕਰਦੇ। ਤੁਸੀਂ ਕੇਜਰੀਵਾਲ ਨੂੰ ਪੁੱਛੋ ਵੀ ਤੁਸੀਂ ਕੋਈ ਸਵਰਾਜ ਦੀ ਗੱਲ ਵੀ ਤੁਹਾਡੇ ਫੈਸਲੇ ਪੰਚਾਇਤਾਂ 'ਚ, ਸੱਥਾਂ 'ਚ, ਗਲੀਆਂ 'ਚ, ਮਹੱਲਿਆਂ 'ਚ, ਜਿਹੜੀ ਪਿੰਡ ਦੀ ਗ੍ਰਾਮ ਸਭਾ ਆ ਉਹਦੇ 'ਚ ਹੋਣਗੇ ਵੀ ਉਹਦੀ ਕੋਈ ਗੱਲ ਨਹੀਂ ਕਰਦੇ ਕਦੀ। ਤੁਸੀਂ ਦਿੱਲੀ 'ਚ ਤੇ ਇੰਜ ਕਰਦੇ ਨਹੀਂ ਫੈਸਲੇ, ਤੇ ਇਕੱਲਾ ਕੇਜਰੀਵਾਲ ਕਰਦਾ ਵੀ ਜਾਣੀ ਉਹ ਛਲਾਵਾ ਹੀ ਸੀ। ਇਹ ਉਹਦੇ ਤੋਂ ਹਟ ਗਏ, ਉਹ ਮੁੱਕਰ ਗਏ ਆ। ਹੁਣ ਤੀਜੀ ਗੱਲ ਇਹ ਕਰਦੇ ਹੁੰਦੇ ਸੀ ਕਿ ਅਸੀਂ ਸੱਤਾ ਪਰਿਵਰਤਨ ਨਹੀਂ, ਵਿਵਸਥਾ ਪਰਿਵਰਤਨ, ਇਹ ਵੀ ਹਿੰਦੀ ਦੇ ਸ਼ਬਦ ਹੈਗੇ ਆ। ਤੁਸੀਂ ਚਲੋ ਕੋਈ ਨਹੀਂ, ਆਪਾਂ ਗੁਜ਼ਾਰਾ ਕਰ ਲੈਂਦੇ ਭਈ। ਅਸੀਂ ਕੱਲੀ ਇਹ ਨਹੀਂ ਵੀ ਉੱਤਰ ਕਾਂਟੋ ਮੈਂ ਚੜਾਂ ਵਾਲੀ ਗੱਲ ਆ ਸਾਡੇ ਤੇ। ਅਸੀਂ ਵਿਵਸਥਾ ਪਰਿਵਰਤਨ ਦਾ ਮਤਲਬ ਇਹ ਹੈਗਾ ਕਿ ਅਸੀਂ ਉੱਪਰੋਂ ਥੱਲਿਓਂ ਤੱਕ ਓਵਰਆਲ ਕਰ ਦਿਆਂਗੇ, ਨਵੀਂ ਚੀਜ਼ ਲੈ ਕੇ ਆਵਾਂਗੇ। ਇਹ ਨਹੀਂ ਵੀ ਗੱਡੀ ਦਾ ਨਵਾਂ ਮਾਡਲ ਲਿਆਵਾਂਗੇ, ਕੋਈ ਚੀਜ਼ ਹੀ ਨਵੀਂ ਲੈ ਕੇ ਆਵਾਂਗੇ। ਉਹ ਇਹਨਾਂ ਦਾ ਸੀ। ਹੁਣ ਆਹ ਨਵੀਂ ਚੀਜ਼ ਆ ਲਿਆ, ਪਤਾ ਨਹੀਂ ਕਿੱਥੇ ਅਜੇ ਬਣ ਰਹੀ, ਵਰਕਸ਼ਾਪ 'ਚ ਪਈ ਆ ਉਹ ਨਵੀਂ ਚੀਜ਼ ਜੋ ਦਿਖ ਰਿਹਾ ਤੁਹਾਡੇ ਸਾਹਮਣੇ। ਅਸੀਂ ਤੇ 6-7 ਸਾਲ ਹੋ ਗਏ ਆ ਗਰੇਵਾਲ ਸਾਨੂੰ ਦਵਾਈ ਪਾਉਂਦੇ ਆ, ਉਹ ਬਚੋ ਬਚੋ ਬਚੋ। ਇਹ ਬੰਦਾ ਮਹਾ ਤੇਜ਼ ਬੰਦਾ ਆ। ਮੋਦੀ ਨੂੰ ਤੁਸੀਂ ਕੀ ਸਮਝਦੇ? ਮੋਦੀ ਦੇ ਵਿਰੁੱਧ ਅਸੀਂ ਇੰਨਾ ਸਾਰਾ ਉਹ ਕਰਤਾ, ਆਹ ਕਰਤਾ, ਮਹਿੰਗਾਈ ਕਰਤੀ, ਮਾਰਤਾ, ਕਮਿਊਨਲ ਦੰਗੇ ਕਰਾਤੇ, ਮੰਦਰ ਮਸਜਿਦ ਦਾ ਮਾਮਲਾ ਬਣਾਤਾ, ਦੇਸ਼ ਨੂੰ ਤੋੜਤਾ। ਬਥੇਰਾ ਅਸੀਂ ਦਿਨ ਰਾਤ ਉਹਦੇ ਵਿਰੁੱਧ ਬੋਲਦੇ। ਇਹ ਉਹਦੇ ਨਾਲ 10 ਰੱਤੀਆਂ ਵੱਧ ਆ। ਤੁਹਾਡੇ ਸਾਹਮਣੇ ਕਦੀ ਕੋਈ ਇਹੋ ਜਿਹੀ ਗੱਲ ਜਿਹੜੀ ਕਮਿਊਨਲ ਗੱਲ ਹੋਵੇ ਜਾ ਕੇ ਉੱਥੇ ਸਿਰ ਫਸਾਉਂਦਾ ਆਪਣਾ? ਦਿੱਲੀ 'ਚ ਜੋ ਹੋਇਆ ਜਾਂ ਹੁਣ ਜਹਾਂਗੀਰਪੁਰੀ ਦੇ ਵਿੱਚ ਹੋਇਆ, ਕੁਛ ਨਹੀਂ ਕਰੂਗਾ ਆਪਣਾ। ਉਸ ਤਰੀਕੇ ਨਾਲ ਚੁੱਪ ਚਪੀਤੇ ਜੇ ਆਪਣੀ ਪੋਲੀਟਿਕਸ ਕਰਨੀ ਆ। ਇਸ ਲਈ ਵਿਵਸਥਾ ਪਰਿਵਰਤਨ ਤੇ ਕੀ ਹੋਣਾ, ਮੈਨੂੰ ਇਹ ਲੱਗਦਾ ਕਿ ਲੋਕਾਂ ਨੇ ਇਹਦੇ ਨਾਂ ਨੂੰ ਉਹ ਹੁਣ ਇੱਕ ਲਾਸਟ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ ਹੋਇਆ ਪਰਿਵਰਤਨ ਹੋਇਆ ਪੰਜਾਬ ਦੀ ਰਾਜਨੀਤੀ 'ਚ, ਮੈਂ ਤਾਂ ਕਹੂੰਗਾ ਇੱਕ ਕਿਸਮ ਦਾ ਸੰਵਿਧਾਨ ਦੇ ਦਾਇਰੇ 'ਚ ਰਹਿੰਦਿਆਂ ਇਨਕਲਾਬ ਆ। ਆਮ ਬੰਦਿਆਂ 'ਚੋਂ ਜਿਨ੍ਹਾਂ ਨੇ ਕਦੀ ਸੋਚਿਆ ਨਾ ਹੋਏ ਉਹ ਬੰਦੇ ਮਿਨਿਸਟਰ ਵੀ ਬਣ ਜਾਣ, ਉਹ ਕਰ ਜਾਣ, ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ, 2-2 ਪੀੜ੍ਹੀਆਂ ਕਈ ਵਾਰੀ ਦਾਅ ਨਹੀਂ ਲੱਗਦਾ। ਬਿਲਕੁਲ ਇਹਨਾਂ ਦਾ ਪੈਂਦੇ ਸੱਟੇ ਹੀ ਦਾਅ ਲੱਗ ਗਿਆ। ਤੁਸੀਂ ਕੀ ਮੰਨਦੇ ਹੋ ਵੀ ਦਾਅ ਲੱਗਿਆ? ਦਾਅ ਦਾ ਇਸ ਕਰਕੇ ਦਾਅ ਲੱਗੇ ਤਾਂ ਹੋਰ ਉਹਨਾਂ ਨੇ ਕਿਹੜੇ ਹਲ ਚਲਾਏ ਆ? 20-20 ਸਾਲ ਕਿਤੇ ਕੰਮ ਕੀਤਾ। ਹਾਂ, ਇੱਧਰੋਂ ਟਿਕਟ ਮਿਲੀ, ਕਈਆਂ ਨੇ ਖਰੀਦ ਲਈ, ਕਿਸੇ ਨੇ ਜਾ ਕੇ ਥੋੜ੍ਹਾ ਜਿਹਾ ਮੱਖਣ ਲਾਤਾ ਕੇਜਰੀਵਾਲ ਨੂੰ। ਕੇਜਰੀਵਾਲ ਨਹੀਂ ਲਾਉਣਾ ਸੀ ਕਿਉਂਕਿ ਇੱਥੇ 1 ਮੈਨ ਕੰਪਨੀ ਆ। ਕੇਜਰੀਵਾਲ ਦੀ ਪਾਰਟੀ ਅੱਜ ਦੇ ਮਾਡਰਨ ਇਰਾ ਦੇ ਵਿੱਚ ਜਿਵੇਂ ਰਾਜਨੀਤੀ ਇੰਡੀਆ 'ਚ ਚੱਲ ਰਹੀ ਹੈ, ਉਹ ਇੱਕ ਬਿਲਕੁਲ ਐਡਵਾਂਸ ਟੈਕਨੋਲੋਜੀਕਲ ਐਡਵਾਂਸ ਜਿਹੜੀ ICT ਕੰਪਨੀ ਹੁੰਦੀ ਆ ਉਹਦੇ ਆਧਾਰ 'ਤੇ ਪੋਲੀਟਿਕਸ ਚੱਲ ਰਹੀ ਹੈ। ਪੋਲੀਟਿਕਸ ਪਾਰਟੀਆਂ ਦੀ ਥੋੜ੍ਹੀ ਚੱਲ ਰਹੀ ਆ। ਪਾਰਟੀ ਦੇ ਪ੍ਰੋਗਰਾਮਾਂ ਦੀ ਤਾਂ ਗੱਲੇ ਹੀ ਪਤਾ, ਉਹ ਤਾਂ ਪਾਰਟੀਆਂ ਨੂੰ ਆਪ ਵੀ ਨਹੀਂ ਪਤਾ ਕਿ ਸਾਡਾ ਪਾਰਟੀ ਦਾ ਪ੍ਰੋਗਰਾਮ ਕੀ ਹੈ। ਉਹ ਤਾਂ ਭੁੱਲ ਹੀ ਗਏ। ਪਾਰਟੀਆਂ ਦੀ ਪੋਲੀਟਿਕਸ ਵੀ ਨਹੀਂ ਚੱਲ ਰਹੀ। ਕੋਈ ਗੱਲ ਕਰਦਾ ਪਾਰਟੀਆਂ ਦੀ? ਉਂਝ ਠੀਕ ਆ, ਠੱਪੇ ਨੂੰ ਆ ਪੰਜੇ ਵਾਲੇ ਆ ਗਏ, ਤੱਕੜੀ ਵਾਲੇ ਆ ਗਏ ਆ, ਫੁੱਲ ਵਾਲੇ ਆ ਗਏ ਆ, ਫਲਾਣੇ ਝਾੜੂ ਵਾਲੇ ਆ ਗਏ, ਬਸ ਇੰਨਾ ਹੀ। ਇਹ ਤੋਂ ਵੱਧ ਪਾਰਟੀ ਦੇ ਆਧਾਰ 'ਤੇ ਜਿਹੜੀ ਪੋਲੀਟਿਕਸ ਸੀ ਉਹ ਵੀ ਖਤਮ। ਇਹ ਕੰਪਨੀ ਟਾਈਪ ਪੋਲੀਟਿਕਸ, ਰੀਅਲ ਮਾਡਲ ਕਾਰਪੋਰੇਟ ਦਾ, ਐਡਵਾਂਸ ਮਾਡਲ ਜਿਹੜਾ ਕਾਰਪੋਰੇਟ ਦਾ ਲੇਟੈਸਟ ਮਾਰਕੀਟ 'ਚ ਉਤਰਿਆ, ਉਹ PK ਦਾ, ਪ੍ਰਸ਼ਾਂਤ ਕਿਸ਼ੋਰ ਦਾ। ਅਤੇ ਇਹ ਪ੍ਰਸ਼ਾਂਤ ਕਿਸ਼ੋਰ ਦਾ ਸਿਰਫ ਕੰਪਨੀ ਹੈਗੀ ਹੈ, ਉਹ ਜਿਤਾਉਂਦੀ ਹੈ ਜਿਹੜਾ ਮਰਜ਼ੀ ਉਹਨੂੰ ਕਰ ਲਓ। ਜਿਵੇਂ ਤੁਹਾਡਾ ਵਿਆਹ ਕਰਾਉਣ ਵਾਲੇ ਹੈ ਨਾ, ਕੀ ਕਹਿੰਦੇ ਮੈਰਿਜ ਪੈਲੇਸ ਵਿੱਚ ਠੀਕ ਆ। ਹਾਂ, ਅੱਗੇ ਤੇ ਸਾਲ 6 ਮਹੀਨੇ 10-10 ਸਾਲ ਕੁੜੀ ਦੇ ਵਿਆਹ ਕਰਨ ਲਈ ਲੱਗੇ ਰਹਿੰਦੇ ਸੀ ਵੀ ਗਾਂ ਦਰੀਆਂ ਬਣਾਉਣੀਆਂ, ਇਹ ਬਣਾਉਣੀਆਂ, ਹੋਰ ਕਈ ਦਾਜ ਇਕੱਠਾ ਕਰਨਾ, ਜੁੱਲੇ ਟੰਬੇ ਸਾਰਾ ਕੁਝ ਕਰਨਾ ਪਿਆ। ਹੁਣ ਤੁਸੀਂ 2 ਦਿਨਾਂ 'ਚ ਵਿਆਹ ਕਰ ਸਕਦੇ ਆ, ਬਸ਼ਰਤੇ ਕਿ ਤੁਹਾਡਾ ਹਾਲ ਖਾਲੀ ਹੋਵੇ। 1 ਦਿਨ 'ਚ ਵੀ ਕਰ ਸਕਦੇ। ਉਹਨਾਂ ਨੂੰ ਸਵੇਰੇ ਕਹਿ ਦਿਓ, ਸ਼ਾਮ ਨੂੰ ਲਓ ਕਰਕੇ ਆ ਲਓ ਜੀ, ਸਾਰਾ ਕੁਝ ਤਿਆਰ ਹੁੰਦਾ, ਵਿਆਹ ਹੋ ਜਾਂਦਾ। ਉਹੀ ਕੰਮ ਇਹ ਹੈ, ਕੋਈ ਕੰਮ ਕਰਨ ਦੀ ਲੋੜ ਨਹੀਂ। 5 ਸਾਲ ਠੇਕਾ ਦੇ ਦਿਓ 6 ਮਹੀਨੇ ਪਹਿਲਾਂ। ਉਹ ਕਹਿਣਗੇ ਜੀ ਕਿੰਨੀਆਂ ਚਾਹੀਦੀਆਂ ਸੀਟਾਂ, ਲਾਓ ਜੀ ਇੰਨਾ ਪੈਸਾ ਚਾਹੀਦਾ, ਤੁਹਾਡਾ ਹੋ ਜੂ। ਇਹ 2 in 1 ਆ ਕੇਜਰੀਵਾਲ। ਇਹ PK ਵਾਲਾ ਕੰਮ ਵੀ ਕਰਦਾ ਤੇ ਨਾਲ ਸੱਤਾ ਆਪਣੇ ਕੋਲ ਰੱਖਦਾ, ਦੂਜਿਆਂ ਨੂੰ ਨਹੀਂ ਦਵਾਉਂਦਾ। ਲੇਟੈਸਟ ਕੌਣ ਹੋਇਆ, ਸਭ ਨਾਲੋਂ ਹੁਸ਼ਿਆਰ ਕੌਣ ਹੋਇਆ? ਮੈਂ ਤਾਂ ਹੀ ਇਸੇ ਕਰਕੇ ਕਹਿਣਾ ਕਿ ਜਿਹੜੇ ਅਜੇ ਤੱਕ ਮੇਰੇ ਵੀਰ ਭੈਣ ਭਰਾ ਸਾਡੇ ਸਰੋਤੇ ਕੇਜਰੀਵਾਲ ਪੋਲੀਟਿਕਸ ਨੂੰ ਨਹੀਂ ਸਮਝੇ ਤੇ ਅਜੇ ਵੀ ਇਹ ਖੁਆਬਾਂ ਦੇ ਵਿੱਚ ਤੁਰੇ ਫਿਰਦੇ ਹੋ ਫਿਰ ਨਾ ਇੱਕ ਬਹੁਤ ਵੱਡਾ ਇਨਕਲਾਬੀ ਪੰਜਾਬੀਆਂ ਨੂੰ ਮਿਲ ਗਿਆ, ਉਹਨੂੰ ਇੱਕ ਮੌਕਾ ਦੇਣਾ ਸੀ, ਅਸੀਂ ਦੇਤਾ, ਤਕੜਾ ਮੌਕਾ ਦਿੱਤਾ। ਹੁਣ ਤੇ ਤੁਸੀਂ ਦੇਖਿਓ ਸਹੀ, ਅਜੇ ਇੰਤਜ਼ਾਰ ਕਰੋ, ਹੋਰ 6 ਮਹੀਨੇ ਕਰੋ। ਅਜੇ ਤੁਸੀਂ ਪਹਿਲਾਂ ਹੀ ਰੌਲਾ ਪਾ ਕੇ ਬੈ ਭਾਈ। ਜੇ ਹੁਣ ਭੇਡ ਜਿਹੜੀ ਆ ਤੁਹਾਨੂੰ ਸ਼ੇਰ ਲੱਗੀ ਜਾਵੇ ਤੇ ਸ਼ੇਰ ਤੁਹਾਨੂੰ ਭੇਡ ਲੱਗੀ ਜਾਵੇ, ਉਹ ਤਾਂ ਤੁਹਾਡਾ ਕਸੂਰ ਹੈ। ਸਾਨੂੰ ਤਾਂ ਦਿਖ ਰਿਹਾ, ਸਾਨੂੰ ਜਿਹੜੀ ਚੀਜ਼ ਦਿਖਦੀ ਹੈ ਅਸੀਂ ਤਾਂ ਬੋਲਾਂਗੇ। ਇਸ ਕਰਕੇ ਨਹੀਂ ਕਿ ਸਾਡੀ ਕੋਈ ਨਿੱਜੀ ਦੁਸ਼ਮਣੀ ਆ। ਹੁਣ ਲੇਟੈਸਟ ਗੱਲ ਕਰੇ ਵਾਲੇ ਮੈਂ ਕਹਿ ਕੇ ਜੋ ਹੋਇਆ ਐਪੀਸੋਡ ਜਿਹਦੇ ਤੇ ਸਾਰਾ ਮੀਡੀਆ ਦੀ ਫਿਰਕੀ ਘੁੰਮੀ ਪਈ ਹੈ,
ਬੱਗਾ ਕੋਈ ਦੁੱਧ ਧੋਤਾ ਨਹੀਂ ਹੈ, ਕਮਿਊਨਲ ਮਾਈਂਡ ਆ, ਜਿਸ ਤਰ੍ਹਾਂ ਦੇ ਬੀਜੇਪੀ ਦੇ ਹੁੰਦੇ ਆ, ਜਿੱਥੇ ਮਰਜ਼ੀ ਅੱਗ ਲਵਾ ਦਿਓ, ਜਿੱਥੇ ਮਰਜ਼ੀ ਪੱਥਰ ਮਰਵਾ ਦਿਓ। ਤੇ ਉਸ ਕਿਸਮ ਦਾ ਜਿਹੜਾ ਤੁਸੀਂ ਕਹਿ ਲਓ ਕਿ ਕਮਿਊਨਲ ਦਾ ਜਿਹੜਾ ਮੈਨੂੰ ਪੰਜਾਬੀ 'ਚ ਸ਼ਬਦ ਭੁੱਲ ਰਿਹਾ ਕਿ ਉਸ ਕਿਸਮ ਦਾ ਜਿਹੜਾ ਦੰਗਾਈ ਜਿਹੜਾ ਕਿਸ ਤਰ੍ਹਾਂ ਦਾ ਕਹਿ ਦਿੰਦੇ ਜੇ ਕਰਵਾਉਣੇ ਹੋਣ ਤਾਂ ਉਹਨਾਂ ਤੋਂ ਕਰਵਾਇਆ ਜਾ ਸਕਦਾ। ਹੁਣ ਉਹ ਬੰਦਾ ਜਿਹੜਾ ਅਸੀਂ ਕੋਈ ਮਤਲਬ ਮੈਂ ਤਾਂ ਇਹ ਥੋੜਾ ਕੁਆਲੀਫਾਈ ਕਰ ਰਿਹਾ, ਬਹੁਤ ਸਾਰੇ ਸਮਝਦੇ ਵੀ ਅਸੀਂ ਤਾਂ ਉਹਦੇ ਬਾਰੇ ਤਾਂ ਕੁਝ ਕਹਿੰਦੇ ਹੀ ਨਹੀਂ, ਜਿਸ ਤਰ੍ਹਾਂ ਉਹਦੇ ਅਸੀਂ ਕੋਈ ਵਕੀਲ ਹੋਈਏ। ਇਹ ਗੱਲ ਨਹੀਂ ਹੈਗੀ। ਉਹ ਬੰਦਾ ਜਿਸ ਤਰ੍ਹਾਂ ਦਾ ਹੈਗਾ ਉਹਦੇ ਬਾਰੇ ਸਾਰਿਆਂ ਨੂੰ ਪਤਾ, ਅਸੀਂ ਲੋਕਾਂ ਨਾਲ ਸਹਿਮਤ ਹਾਂ, ਅਸੀਂ ਆਪ ਨਾਲ ਵੀ ਸਹਿਮਤ ਹਾਂ ਕਿ ਉਹ ਬੰਦਾ ਕਿਹੋ ਜਿਹਾ ਜੋ ਉਹ ਕਹਿ ਰਹੇ ਉਹਦੇ ਬਾਰੇ। ਪਰ ਤੁਸੀਂ ਕੀ ਕਰ ਰਹੇ ਆ ਬੈਠੇ? ਜੋ ਮੋਦੀ ਨੇ ਕੀਤਾ ਉਹੀ ਤੁਸੀਂ ਕਰਨਾ ਚਾਹੁੰਦੇ ਆ। ਫਿਰ ਤਾਂ ਹੀ ਤਾਂ ਤੁਹਾਨੂੰ ਬੀ ਟੀਮ ਜਾਂ ਏ ਟੀਮ ਜਾਂ ਤੁਸੀਂ ਬਰਾਬਰ ਜੁੜਵੇਂ ਭਰਾ ਤੁਹਾਨੂੰ ਕਹਿੰਦੇ ਆ, ਦੋਵੇਂ RSS ਦੇ ਵਿੱਚੋਂ ਨਿਕਲੇ ਹੋਏ ਆ, ਤਾਂ ਹੀ ਕਹਿੰਦੇ ਲੋਕ। ਉਹਨੇ ਮੇਵਾਨੀ ਨੂੰ ਚੱਕਿਆ ਉੱਥੇ, ਜਗਨੇਸ਼ ਮੇਵਾਨੀ ਨੂੰ, ਤੁਹਾਨੂੰ ਪਤਾ ਰਿਜ਼ਰਵ ਚੋਂ ਆ ਨਾ, ਮੈਨੂੰ ਤਾਂ ਮਿਲਿਆ ਸੀ ਉਹ ਕਿਸਾਨ ਮੂਵਮੈਂਟ ਦੇ ਵੇਲੇ ਉੱਥੇ। ਤੇ ਬੀਬਾ ਵਧੀਆ ਬੰਦਾ ਆ, ਧੜੱਲੇਦਾਰ ਬੰਦਾ ਆ। ਕਿਉਂਕਿ ਉਹਨੇ ਮੋਦੀ ਦੇ ਵਿਰੁੱਧ ਕੋਈ ਟਵੀਟ ਕਰਤਾ, ਕੀ ਗੱਲ ਸਾਡਾ ਇੰਨਾ ਵੀ ਅਧਿਕਾਰ ਨਹੀਂ, ਸਾਡਾ ਬੋਲਣ ਦਾ ਵੀ ਅਧਿਕਾਰ ਨਹੀਂ, ਅਸੀਂ ਕੁਝ ਕਹਿ ਵੀ ਨਹੀਂ ਸਕਦੇ। ਹੁਣ ਮੀਡੀਆ ਦਾ ਕੀ ਹਾਲ ਹੈ? 150ਵੇਂ ਨੰਬਰ ਤੇ ਆ ਗਿਆ ਤੁਹਾਡਾ ਇੰਡੈਕਸ ਦੇ ਉੱਤੇ ਜੀ, 150 ਜਾਣੀ ਪਤਾ ਨਹੀਂ ਮੂੰਹ ਇਹਦਾ ਮਤਲਬ ਟੋਟਲ ਗੈਗਿੰਗ ਹੈ ਸਾਡੀ ਇੱਥੇ ਮੀਡੀਆ ਦੀ। ਇਸ ਹਾਲਤ ਦੇ ਵਿੱਚ ਜੇ ਕੋਈ ਮੂੰਹ ਮਾੜਾ ਮੋਟਾ ਖੋਲ ਰਿਹਾ ਉਹਨੂੰ ਖੋਲਣ ਦਿਓ, ਨਹੀਂ ਤੇ ਡੈਮੋਕ੍ਰੇਸੀ ਖਤਮ ਆ। ਇਹ ਨਾਂ ਦੀ ਡੈਮੋਕ੍ਰੇਸੀ ਆ, ਦਾਦਾਗਿਰੀ ਆ, ਜਾਂ ਇੰਜ ਕਹ ਲਓ ਡਿਕਟੇਟਰਸ਼ਿਪ ਹੋ ਗਈ ਆ, ਤਾਨਾਸ਼ਾਹ ਬੜਾ ਰਾਜ ਹੋ ਰਿਹਾ। ਸੰਵਿਧਾਨਕ ਰਾਜ ਨਹੀਂ ਹੈ। ਸੰਵਿਧਾਨ ਦੇ ਅੰਦਰ ਮੈਂ ਤੇ ਸਾਰੀ ਜਗ੍ਹਾ ਉਦਣ ਹੀ ਜਿੱਦਣ ਜਗਨੇਸ਼ ਨੂੰ ਲਿਜਾ ਰਹੇ ਸੀ ਉਹਦੇ ਪਿੱਛੇ ਤੁਰੰਤ ਇੱਕ ਅੱਧੇ ਦਿਨ ਦੇ ਫਰਕ ਨਾਲ ਜੋ ਬਾਈਡਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉੱਥੇ ਇੱਕ ਕਮੇਡੀਅਨ ਉਹਨਾਂ ਦਾ ਸ਼ਾਹਫਾਮ ਜਿਹੜੇ ਜਿਨ੍ਹਾਂ ਨੂੰ ਆਪਾਂ ਉਹਨਾਂ ਦੇ ਵਾਈਟ ਦਾ ਤੇ ਰੇਸਿਸਟ ਐਲੀਮੈਂਟ ਵੀ ਹੁੰਦਾ ਨਾ, ਉਹਨੂੰ ਕਿਉਂ ਬਰਦਾਸ਼ਤ, ਜਾਣੀ ਜਿਸ ਤਰ੍ਹਾਂ ਇਹ ਦਲਿਤ ਆ ਜਗਨੇਸ਼, ਇਹ ਵੀ ਲੱਗਾ ਹੋਊਗਾ ਮੋਦੀ ਨੂੰ ਕਿ ਦਲਿਤ ਹੋ ਕੇ ਮੈਨੂੰ ਕੁਝ ਕਹਿ ਜੇ। ਪਰ ਉੱਥੇ ਸ਼ਾਹਫਾਮ ਬੰਦੇ ਨੇ, ਕਮੇਡੀਅਨ ਨੇ ਮੀਡੀਆ ਦੇ ਸਾਹਮਣੇ ਸਾਰਿਆਂ ਦੇ ਬਿਠਾ ਕੇ ਜੋ ਬਾਈਡਨ ਦੀ ਖਿਚਾਈ ਕੀਤੀ। ਜੋ ਬਾਈਡਨ ਹੱਸ ਰਿਹਾ ਸੀ ਵੀ ਠੀਕ ਆ, ਮੇਰੀਆਂ 'ਚ ਕਮੀਆਂ ਹੋਣਗੀਆਂ। ਯਾਰ ਇੰਨਾ ਕਿਤੇ ਦਿਲ ਰੱਖੋ ਤੁਸੀਂ ਆਪਣੇ 36 ਇੰਚ 56 ਇੰਚ ਦੇ ਸੀਨੇ ਦੇ ਵਿੱਚ, ਇੰਨੀ ਕਿਤੇ ਹਿੰਮਤ ਰੱਖੋ, ਜੁਰਤ ਰੱਖੋ ਕਿ ਲੋਕ ਸਾਨੂੰ ਕੁਝ ਕਹਿਣਗੇ, ਬਰਦਾਸ਼ਤ ਕਰੋ। ਇਹੀ ਗੱਲ ਇਹਨੇ ਕੀਤੀ। ਉਹਨੂੰ ਤੇ ਅਸਾਮ 'ਚ ਭੇਜ ਕੇ ਇੱਕ ਕੇਸ ਤੋਂ ਦੂਜੇ ਕੇਸ ਤੋਂ ਹੈ ਨਾ, ਪਹਿਲੇ ਕੇਸ ਤੋਂ ਉਹਨੂੰ ਜ਼ਮਾਨਤ ਮਿਲ ਗਈ, ਉਹ ਇੱਕ ਹੋਰ ਪਾਤਾ, ਉਸੇ ਵੇਲੇ ਫਿਰ ਫੜ ਲਿਆ, ਉਹ 'ਚ ਵੀ ਜ਼ਮਾਨਤ ਮਿਲ ਗਈ, ਉਹ ਵਾਪਸ ਗੁਜਰਾਤ ਆ ਗਿਆ, ਫਿਰ ਇੱਕ ਹੋਰ ਪੁਰਾਣਾ ਕੇਸ ਕੱਢ ਕੇ 3 ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਉਹ ਗੱਲ ਲੱਗ ਗਿਆ ਕਿ ਉਹਨੂੰ ਚਲੋ ਗਾਂ ਰਿਪਰੈਜ਼ੈਂਟ ਕਰਨ ਦਾ ਥੋੜ੍ਹਾ ਟਾਈਮ ਦੇ ਦਿੱਤਾ। ਐਗਜ਼ੈਕਟਲੀ ਉਹੀ ਕੁਛ ਇਹ ਕਰ ਰਿਹਾ। ਪੰਜਾਬ ਦੀ ਪੁਲਿਸ ਨੂੰ ਵਰਤਿਆ ਜਾ ਰਿਹਾ ਇਸ ਵੇਲੇ। ਇਹਦਾ ਹੀ ਬਹੁਤ ਬੋਜ਼ਮ ਫਰੈਂਡ, ਬਹੁਤ ਨੇੜੇ ਦਾ ਮਿੱਤਰ ਸੀਗਾ ਪਹਿਲਾਂ ਕੁਮਾਰ ਵਿਸ਼ਵਾਸ ਦੇ ਉੱਤੇ ਤੇ ਅਲਕਾ ਲਾਂਬਾ ਦੇ ਉੱਤੇ ਰੋਪੜ ਦੇ ਵਿੱਚ ਤੁਸੀਂ ਕੇਸ ਕਰਦੇ ਹੋ। ਕਿਉਂ ਬਈ? ਕਿਉਂਕਿ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਦੌਰਾਨ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਬੋਲਤਾ ਵੀ ਕੇਜਰੀਵਾਲ ਤੋਂ ਬਚੋ। ਮੈਂ ਵੀ ਬੋਲ ਰਿਹਾ, ਅਸੀਂ ਵੀ ਬੋਲਦੇ ਰਹੇ ਹਾਂ। ਸਾਡਾ ਵੀ ਕਿਤੇ ਬਾਹਰ ਜਾ ਕੇ ਉੱਥੇ ਜਾ ਕੇ ਸ਼੍ਰੀਲੰਕਾ 'ਚ ਕੋਈ ਕੇਸ ਦਰਜ ਕਰਾ ਦਿਓ ਤਾਂ ਕਿ ਹੋਰ ਵੀ ਸਾਡੇ ਪੈਸੇ ਲੱਗਣ, ਖੱਜਲ ਖਵਾਰੀ ਹੋਵੇ, ਜਾਂ ਕੇਰਲਾ 'ਚ ਕਰਾ ਦਿਓ। ਇਹ ਕੀ ਕੰਮ ਹੈਗਾ? ਤਾਂ ਉਹਨਾਂ ਨੂੰ ਕੋਰਟ ਨੇ ਉਸੇ ਵੇਲੇ ਰਾਹਤ ਦਿੱਤੀ। ਅਲਕਾ ਲਾਂਬਾ ਨੇ ਕਿਹਾ ਕਿ ਮੈਂ ਕੋਰਟ 'ਚ ਵੀ ਨਹੀਂ ਜਾਊਂਗੀ, ਮੈਨੂੰ ਅਰੈਸਟ ਕਰੋ ਤਾਂ ਕਿ ਇਹਦੀ ਐਕਸਪੋਜ਼ਰ ਹੋਵੇ, ਇਹਦਾ ਅਸਲੀ ਚਿਹਰਾ ਪੰਜਾਬ 'ਚ ਨੰਗਾ ਹੋਵੇ ਵੀ ਇਹ ਕਰਦਾ ਕੀ ਫਿਰਦਾ। ਪਰ ਖੈਰ ਕੋਰਟ ਨੇ ਝਾੜ ਪਾਈ ਕਿ ਕਾਨੂੰਨ ਇਸ ਕਰਕੇ ਨਹੀਂ ਬਣੇ ਹੋਏ ਕਿ ਤੁਸੀਂ ਕਾਨੂੰਨ ਦੇ ਨਾਲ ਖਿਲਵਾੜ ਕਰੋ। ਇਹ ਕਾਨੂੰਨ ਦੇ ਨਾਲ ਖਿਲਵਾੜ ਆ। ਭਈ ਕੁਮਾਰ ਵਿਸ਼ਵਾਸ ਦਿੱਲੀ ਦਾ, ਅਲਕਾ ਲਾਂਬਾ ਦਿੱਲੀ ਦੀ, ਕੁਮਾਰ ਵਿਸ਼ਵਾਸ ਕੇਜਰੀਵਾਲ ਦਾ ਸੱਜਾ ਹੱਥ ਰਿਹਾ, ਫਾਊਂਡਰਾਂ ਚੋਂ ਆ। ਅਲਕਾ ਲਾਂਬਾ ਵੀ ਤੁਹਾਡੇ ਨਾਲ ਰਹੀ ਹੈ, ਹੁਣ ਉਹ ਕਾਂਗਰਸ ਦੇ ਵਿੱਚ ਆ। ਵੀ ਤੂੰ ਵੀ ਉੱਥੇ ਦਾ ਦਿੱਲੀ ਦਾ ਤੇ ਉਹ ਵੀ ਦੋਵੇਂ ਉੱਥੇ ਦੇ, ਵੀ ਇੱਥੇ ਕੀ ਕਰਨ ਨੂੰ ਕੇਸ ਦਰਜ ਕਰਵਾਇਆ? ਵੀ ਕਾਹਦੇ ਲਈ ਕਰਾਇਆ ਮੈਨੂੰ ਦੱਸ? ਇੱਥੇ ਰੋਪੜ ਆ ਕੇ ਉਹਨਾਂ ਨੇ ਕੁਝ ਕੀਤਾ ਸੀਗਾ? ਖੱਜਲ ਖੁਆਰੀ ਹੈ ਨਾ, ਵੀ ਇੱਥੇ ਆ ਕੇ ਸਾਡੀ ਪੁਲਿਸ ਆ, ਸਾਡੀ ਸਰਕਾਰ ਆ, ਅਸੀਂ ਇਹਨਾਂ ਨੂੰ ਖੱਜਲ ਖੁਆਰ ਕਰਾਂਗੇ, ਠਿੱਠ ਕਰਾਂਗੇ, ਬੇਇੱਜ਼ਤ ਕਰਾਂਗੇ। ਉਹ ਤੋਂ ਸਿੱਖਿਆ ਨਹੀਂ। ਜਦੋਂ ਝਾੜ ਮਾਰੀ ਆ ਕੋਰਟ ਨੇ, ਸਿੱਖਣ ਦੀ ਜਗ੍ਹਾ ਉਲਟਾ ਫੇਰ ਆ ਬੱਗਾ ਜਿਹੜਾ ਉਹਦੇ ਨਾਲ ਸ਼ੁਰੂ ਕਰ ਲਿਆ। ਹੁਣ ਬੱਗੇ ਨੂੰ ਇੱਥੋਂ ਪੁਲਿਸ ਲੈ ਗਈ, 5 ਕੀਤਾ ਜੀ, ਉਹ ਕੀਤਾ ਜੀ, ਉਹ ਸਾਰੀ ਗੱਲ ਸਾਰਿਆਂ ਨੂੰ ਪਤਾ ਕੀ ਹੋਇਆ। ਲੈ ਗਏ ਫੜ ਕੇ, ਕੋਰਟ 'ਚ ਆ ਗਿਆ।
ਹੁਣ ਉਦੋਂ ਬਾਅਦ ਸ਼ਰਮਿੰਦੇ ਹੋਏ ਫਿਰ ਵਾਰੰਟ ਜਾਰੀ ਕਰਤੇ ਉਹਦੇ। ਵਾਰੰਟ ਜਾਰੀ ਕੀਤੇ ਤੇ ਕੋਰਟ ਨੇ ਫਿਰ ਕਹਿਤਾ ਤੁਸੀਂ ਕੁਛ ਨਹੀਂ, ਫਿਰ ਆਪ ਹੀ ਕਹਿਤਾ ਕਿ ਅਸੀਂ 10 ਤਰੀਕ ਤੱਕ ਵਾਰੰਟ ਨੂੰ 10 ਮਈ ਤੱਕ ਲਾਗੂ ਨਹੀਂ ਹੋਣ ਦਿਆਂਗੇ। ਏਜੀ ਨੇ ਖੁਦ ਇਹ ਗੱਲ ਕਹਿਤੀ ਸਾਡੇ ਪੰਜਾਬ ਦੇ ਅਟਾਰਨੀ ਜਨਰਲ ਨੇ। ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਲੋਕਾਂ 'ਚ ਇੱਕ ਸਾਫ਼ ਗਰੇਵਾਲ ਜੀ ਸੁਨੇਹਾ ਚਲਾ ਗਿਆ ਕਿ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਲੋਕਾਂ ਦੇ ਆਮ ਆਦਮੀ ਪਾਰਟੀ ਲਈ ਫੈਸਲੇ ਨੂੰ, ਮੈਂਡੇਟ ਨੂੰ ਚੋਣਾਂ 'ਚ ਜਿਹੜਾ ਦਿੱਤਾ ਉਸ ਦਾ ਦੁਰਵਰਤੋਂ ਕੀਤੀ ਜਾ ਰਹੀ ਆ। ਨਿੱਜੀ ਕਿਹੜਾ ਕੱਢਣ ਲਈ ਕੇਜਰੀਵਾਲ ਪੰਜਾਬ ਨੂੰ ਵਰਤ ਰਿਹਾ। ਜਦੋਂ ਇਹ ਸਾਰਾ ਕੁਝ ਪਰਸੋਂ ਹੋ ਰਿਹਾ ਸੀਗਾ, ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦਾ ਨਾ ਕੋਈ ਐਮਐਲਏ, ਨਾ ਕੋਈ ਮਿਨਿਸਟਰ, ਨਾ ਚੀਫ ਮਿਨਿਸਟਰ, ਕੋਈ ਉਹਦਾ ਕੇਜਰੀਵਾਲ ਦੇ ਚਮਚਿਆਂ 'ਚੋਂ ਉੱਠ ਕੇ ਪਹਿਲਾਂ ਪੰਜਾਬ ਦੀ ਪੁਲਿਸ ਨੂੰ ਡਿਫੈਂਡ ਕਰਨ ਲਈ ਨਹੀਂ ਖੜਾ ਹੋਇਆ। ਕੱਲ੍ਹ ਨੂੰ ਉਹ ਜਦੋਂ ਇਹਨਾਂ ਨੂੰ ਲੋੜ ਪਊਗੀ ਇਹਨਾਂ ਦੇ ਗਾਂ ਉਹ ਜਾ ਕੇ ਡਾਂਗਾ ਮਾਰਨਗੇ ਲੋਕਾਂ ਦੇ, ਇਹਨਾਂ ਦੇ ਹੱਕ 'ਚ। ਉਹ ਕਹਿਣਗੇ ਖਾਓ ਛਿੱਤਰ ਕਿ ਤੁਸੀਂ ਨਹੀਂ ਉਹਨਾਂ ਨੂੰ ਡਿਫੈਂਡ ਕਰ ਰਹੇ। ਤੁਸੀਂ ਇੱਥੇ ਤੁਹਾਡੀ ਸਰਕਾਰ ਆ, ਤੁਹਾਡੀ ਖਾਤਰ ਉਹ ਗਏ ਆ, ਤੁਹਾਡੇ ਨਾਂ 'ਤੇ ਗਏ ਆ। ਮੋਹਾਲੀ ਦੇ ਵਿੱਚ ਕੇਸ ਦਰਜ ਹੋਇਆ, ਤੁਸੀਂ ਆਪ ਕੇਸ ਦਰਜ ਕਰਵਾਇਆ। ਉਹ ਬੰਦੇ ਨੂੰ ਵੀ ਮੈਂ ਜਾਣਦਾ ਜਿਹਨੇ ਕਰਾਇਆ, ਆਹਲੂਵਾਲੀਆ, ਸੰਨੀ ਆਹਲੂਵਾਲੀਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਨਹੀਂ ਕਰ ਰਹੇ। ਇਹ ਜਿਹੜੀ ਉੱਥੇ ਮਾਰ ਲਈ ਨਾ, ਆਤਿਸ਼ੀ ਮਾਰ ਲੈਣਾ, ਉਹ ਐਜੂਕੇਸ਼ਨ 'ਚ ਕਾਫੀ ਕੰਮ ਕਰਦੀ, ਚੰਗੀ ਹੈਗੀ, ਪਰ ਉਹਨੇ ਜਿਸ ਢੰਗ ਨਾਲ ਧੂੰਆਂਧਾਰ ਪ੍ਰੈਸ ਕਾਨਫਰੰਸ ਇਹ ਸਾਰੇ ਪਰਸੋਂ ਚੱਲਦੇ ਰੌਲੇ ਰੱਪੇ 'ਚ ਕੀਤੀ, ਉਹ ਸੀ ਇਹ ਲਫੰਗੇ ਆ, ਇਹ ਦੰਗਈ ਹੈ, ਇਹ ਕਮਿਊਨਲਿਸਟ ਹੈ, ਇਹ ਕੀ ਕੁਛ ਨਹੀਂ ਆ, ਗੁੰਡੇ ਹੈ, ਸਭ ਕੁਝ ਜਿੰਨੇ ਮਾੜੇ ਤੋਂ ਮਾੜੇ ਸ਼ਬਦ ਸੀ ਇਹ ਪਾਰਟੀ ਨੂੰ ਕਿਹਾ, ਇਕੱਲੇ ਬੰਦਿਆਂ ਨੂੰ ਨਹੀਂ ਕਿਹਾ ਕਿ ਜੋ ਬੀਜੇਪੀ ਹੈ ਇਹ ਲਫੰਗਿਆਂ ਦੀ, ਦੰਗਈਆਂ ਦੀ, ਗੁੰਡਿਆਂ ਦੀ ਪਾਰਟੀ ਹੈਗੀ। ਮੈਨੂੰ ਇਸ ਗੱਲੋਂ ਤੇ ਜੁਰਤ ਵਾਲੀ ਗੱਲ ਆ। ਹੋ ਸਕਦਾ ਕੱਲ੍ਹ ਨੂੰ ਕੇਜਰੀਵਾਲ ਉਹਦੇ ਵਿਰੁੱਧ ਵੀ ਕੋਈ ਡੰਡਾ ਚੁੱਕ ਲੇ ਵੀ ਇਹਨੇ ਮੇਰੀ ਬੇਇੱਜ਼ਤੀ ਕੀਤੀ, ਹੁਣ ਇਹ ਕੰਮ ਹੀ ਚੱਲ ਪਿਆ ਤੇ ਇਹੋ ਹੀ ਚੱਲਣ ਦਿਓ। ਇਹ ਹੋ ਸਕਦਾ ਜਿਸ ਢੰਗ ਨਾਲ ਕਿਹਾ ਮਾਨਹਾਨੀ ਦਾ ਮੁਕੱਦਮਾ ਆਇਆ, ਲਓ ਮੈਨੂੰ ਸ਼ੱਕ ਹੈ ਇਸ ਗੱਲ ਦਾ, ਕਿਉਂਕਿ ਬਹੁਤ ਇੱਕ ਵਾਰੀ ਨਹੀਂ ਕਿਹਾ ਉਹਨੇ, ਕੈਜੂਅਲੀ ਨਹੀਂ ਕਿਹਾ, ਪਾਸਿੰਗ ਨਹੀਂ ਕਿਹਾ, ਠੋਕ ਕੇ ਗਿਆ, 3-4 ਵਾਰੀ ਕਿਹਾ ਉਸੇ ਪ੍ਰੈਸ ਕਰ। ਜਾਣੀ ਅਸੀਂ ਜਿਹੜੀ ਗੱਲ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਸਰਕਾਰ ਦਿੱਲੀੋਂ ਚੱਲ ਰਹੀ ਹੈ ਵੀ ਦਿੱਲੀ ਵਾਲੇ ਦੀ ਖਾਤਰ, ਕੇਜਰੀਵਾਲ ਦੀ ਖਾਤਰ ਕੇਸ ਇੱਥੇ ਦਰਜ ਹੁੰਦਾ, ਬੇਇੱਜ਼ਤੀ ਪੰਜਾਬ ਦੀ ਹੋ ਰਹੀ, ਪੁਲਿਸ ਦੀ ਹੋ ਰਹੀ ਹੈ, ਤੇ ਉਸ ਦੀ ਜਿਹੜੀ ਸਫਾਈ ਪੇਸ਼ ਕੀਤੀ ਜਾ ਰਹੀ ਆ ਉਹ ਆਤਸ਼ੀ ਵੱਲੋਂ ਕੀਤੀ ਜਾ ਰਹੀ ਆ ਪੰਜਾਬ ਦੇ ਸਰਕਾਰ ਦੇ। ਅੱਜ ਤੱਕ ਮੂੰਹ ਭਗਵੰਤ ਮਾਨ ਦਾ ਨਹੀਂ ਖੁੱਲ੍ਹਾ। ਮੈਨੂੰ ਸ਼ੱਕ ਇਹ ਹੁੰਦਾ ਗਰੇਵਾਲ ਕਿ ਇਹ ਚੱਲਣਾ ਨਹੀਂ। ਇਹ ਨਹੀਂ ਹੋ ਸਕਦਾ ਕਿ ਪੰਜਾਬੀ ਆਪਣੀ ਸਰਕਾਰ ਚੁਣਨ, ਭਗਵੰਤ ਮਾਨ ਉਹਨਾਂ ਦਾ ਚੀਫ ਮਿਨਿਸਟਰ ਹੋਵੇ, ਸਾਡੀ ਸਰਕਾਰ ਹੋਵੇ ਚੰਗੀ, ਸਾਡੀ ਹੋਵੇ ਮਾੜੀ। ਇਹਦਾ ਫੈਸਲਾ ਕੇਜਰੀਵਾਲ ਜਿਹੜਾ CEO, ਚੀਫ ਐਗਜ਼ੈਕਟਿਵ ਆਫਿਸਰ ਇਸ ਕੰਪਨੀ ਦਾ ਹੈ, ਆਮ ਆਦਮੀ ਪਾਰਟੀ ਦੇ ਨਾਂ ਦੀ ਕੰਪਨੀ ਹੈ ਜਿਹੜੀ ਇਲੈਕਸ਼ਨਾਂ ਚੋਣਾਂ ਲੜਨ ਵਾਲੀ, ਉਹਦਾ ਜਿਹੜਾ ਬੰਦਾ ਆ ਉਹ ਉਹਨੂੰ ਉੱਥੇ ਚਲਾਵੇ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਹੈ। ਇਹ ਜਿਹੜਾ ਰਿਸ਼ਤਾ, ਜਾਣੀ ਇਹ ਨਵਾਂ ਵਿਆਹ ਹੋਇਆ, ਜਿਹੜਾ ਆਪਸੀ MOU ਲਿਖਿਆ ਗਿਆ, ਜਿਹੜਾ ਨਵਾਂ ਵਿਆਹ ਹੋਇਆ, ਇਹ ਅੱਜ ਵੀ ਟੁੱਟਿਆ ਕਿ ਕੱਲ੍ਹ ਵੀ ਟੁੱਟਿਆ। ਚੰਗਾ ਹੋਊਗਾ ਕਿ ਕੇਜਰੀਵਾਲ ਜਾਂ ਤੇ ਖੁਦ ਪਿਛਾਂ ਹਟ ਜੇ, ਜਿਹੜਾ ਕੋਈ ਨਹੀਂ ਹਟਣਾ ਨਹੀਂ। ਉਹ ਸਮਝਦਾ ਕਿ ਮੇਰੇ ਨਾਲ ਨੂੰ ਵੋਟਾਂ ਪਈਆਂ, ਇੱਕ ਮੌਕਾ ਕੇਜਰੀਵਾਲ ਕੋ, ਤੇ ਮੌਕਾ ਉਹਨੂੰ ਮਿਲਿਆ, ਉਹ ਕਹਿੰਦਾ ਮੈਨੂੰ ਮੌਕਾ ਦਿੱਤਾ। ਲੋਕਾਂ ਨੇ ਮੌਕਾ ਆਪਣੇ ਆਪ ਲਿਆ। ਲੋਕ ਕਹਿੰਦੇ ਵੀ ਕੇਜਰੀਵਾਲ ਦਾ ਝਾੜੂ ਜ਼ਰੂਰ ਸੀ, ਪਰ ਸਰਕਾਰ ਤੇ ਸਾਡੀ, ਅਸੀਂ ਤੇ ਦੂਜੀਆਂ ਪਾਰਟੀਆਂ ਨੂੰ ਹਟਾ ਕੇ ਇੱਕ ਨਵੀਂ ਪਾਰਟੀ ਅੱਗੇ ਲਿਆਉਣੀ ਸੀ, ਇੱਕ ਵਾਰੀ ਦੇਖਣੀ ਸੀ ਇਹ ਕਰਦੇ ਕੀ ਹੈ, ਕਿ ਵਿਵਸਥਾ ਬਦਲਦੇ ਆ, ਕੀ ਇਹ ਰੁਜ਼ਗਾਰ ਦਿੰਦੇ, ਸਾਰਿਆਂ ਨੂੰ ਲਾਰੇ ਲਾਏ ਹੋਏ ਆ। ਉਹ ਸਾਰੇ ਇਕੱਠੇ ਹੋ ਕੇ ਆ ਜਾਣੇ, ਹੁਣ ਆਉਣੇ ਸ਼ੁਰੂ ਹੋ ਗਏ ਆ। ਘੇਰਾ ਤੇ ਪਾਇਆ ਆ ਇਹਦੇ ਸੰਗਰੂਰ ਵਾਲੇ ਘਰ ਨੂੰ, ਉਹਦੇ 'ਚ ਜਮ੍ਹਾਂ ਹੋਈ ਜਾਣਗੇ। ਹੋਰ ਜਾ ਕੇ ਉਹ ਨਾ ਹੋਵੇ ਜਿਵੇਂ ਜਿਹੜਾ ਸ਼ੰਭੂ ਨਹੀਂ, ਉੱਥੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਕਿਸਾਨਾਂ ਨੇ ਵੱਡੇ ਜਮਾਵੜੇ ਲਾਏ ਹੋਏ ਸੀ, ਕਿਤੇ ਉਂਝ ਨਾ ਹੋ ਜੇ। ਪਰ ਭਗਵੰਤ ਸਿੰਘ ਮਾਨ ਤਾਂ ਪਹਿਲਾਂ ਇਹ ਕਹਿੰਦੇ ਦਿਖਾਈ ਦਿੱਤੇ ਸੀ ਕਿ ਸਾਡੀ ਕਿਹੜਾ ਪੰਜਾਬ ਦੇ ਵਿੱਚ ਸਰਕਾਰ ਬਣਾ ਦਿਓ, ਜਿਹੜੇ ਧਰਨੇ ਆ ਅਸੀਂ ਇੱਕ ਵੀ ਨਹੀਂ ਲੱਗਣ ਦਿੰਦੇ, ਚਾਹੇ ਕੋਈ ਬੇਰੁਜ਼ਗਾਰਾਂ ਦਾ ਹੋਵੇ, ਚਾਹੇ ਕੋਈ ਹੋਰ ਹੋਵੇ, ਧਰਨਾ ਅਸੀਂ ਲੱਗਣ ਹੀ ਨਹੀਂ ਦੇਣਾ। ਇਹ ਕਹਿੰਦੇ ਦਿਖਾਈ ਦਿੱਤੇ। ਰੋਕ ਹੀ ਨਹੀਂ ਸਕਦੇ, ਧਰਨੇ ਕਿਵੇਂ ਰੋਕ ਦੇਣਗੇ? ਪੰਜਾਬ ਕੰਮ ਹੀ ਇੰਨੇ ਕਰਾਂਗੇ ਨਾ। ਨਹੀਂ ਐਵੇਂ ਮਾਰਦੇ ਹੋ, ਕੰਮ ਕਿੱਥੋਂ ਕਰ ਦੇਣਗੇ? ਰਾਤੋਂ ਰਾਤ ਕੰਮ ਕਰ ਦੇਣਗੇ। ਪੱਲੇ ਨਹੀਂ ਧੇਲਾ ਕਰਦਾ ਫਿਰਦਾ ਮੇਲਾ ਲਾਹੌਰ ਦਾ ਸ਼ੌਕੀਨ ਤੇ ਜੇਬ 'ਚ ਗਾਜਰਾਂ, ਤੇ ਹੈ ਹੀ ਕੁਛ ਨਹੀਂ ਹੈ ਜਦ ਤੁਹਾਡੇ ਕੋਲ। ਤੇ ਉਹਨਾਂ ਦੀਆਂ ਮੰਗਾਂਗੇ ਤਾਂ ਪੂਰੀਆਂ, ਪੈਸਾ ਚਾਹੀਦਾ 25,000 454, ਜਿਵੇਂ ਬਹੁਤ ਕੋਈ ਪ੍ਰਕਾਰ ਨਾਲ ਪਤਾ ਨਹੀਂ ਮਾਈਕਰੋਮੀਟਰ ਲਾ ਕੇ ਨੌਕਰੀਆਂ ਕੱਢੀਆਂ ਹੋਣ। 25,454 ਨੌਕਰੀਆਂ ਦੇਣੀਆਂ, 55 ਨਹੀਂ ਦੇਣੀਆਂ, ਨਾ 53 ਦੇਣੀਆਂ। ਕੀ ਗੱਲਾਂ ਮਾਰਦੇ ਫਿਰਦੇ ਆ।
ਅਜੇ ਦਿੱਤੀਆਂ ਨਹੀਂ, ਗੱਲ ਨਹੀਂ, ਆਡੇ ਪੋਸਟਰ 4-4 ਵਾਰੀ ਲਵਾਤੇ ਆ, ਖਜ਼ਾਨਾ ਖਾਲੀ ਆ, ਮਸ਼ਹੂਰੀ ਕਰੀ ਤੁਰੇ ਜਾਂਦੇ ਹੋ, ਜਾ ਕੇ ਰਾਜਸਥਾਨ 'ਚ ਵੀ, ਗੁਜਰਾਤ 'ਚ ਵੀ, ਹਿਮਾਚਲ 'ਚ ਵੀ, ਕੀ ਕੰਮ ਹੈ? ਤਾਂ ਫਿਰ ਮਸ਼ਹੂਰੀ ਦਾ ਤੁਸੀਂ ਕੀ ਮੰਨਦੇ ਹੋ ਪ੍ਰੋਫੈਸਰ ਸਾਹਿਬ? ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ, ਮਸ਼ਹੂਰੀ ਕਰਦੇ ਨੇ, ਤਾਂ ਉਦੋਂ ਆਮ ਆਦਮੀ ਪਾਰਟੀ ਜਿਹੜੀ ਵਰਦੀ ਦਿਖਾਈ ਦਿੰਦੀ ਆ ਕਿ ਯਾਰ ਇਹਨਾਂ ਨੇ ਮਸ਼ਹੂਰੀਆਂ ਤੇ ਕੀਤਾ, ਕੁਝ ਕੀਤਾ ਨਹੀਂ, ਪਰ ਉਹੀ ਗੱਲਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋਰਡਿੰਗਸ ਲੱਗੀਆਂ ਹੋਈਆਂ ਨੇ, ਕੰਮ ਅਜੇ ਹੋਏ ਨਹੀਂ, ਹੋਰਡਿੰਗਸ ਲੱਗੀਆਂ ਹੋਈਆਂ, ਫਿਰ ਅੰਤਰ ਕੀ ਦੇਖਦੇ ਹੋ? ਗਰੇਵਾਲ ਜੀ, ਆਖਰੀ 3 ਮਹੀਨੇ ਜਾਂ 6 ਮਹੀਨੇ ਤੇ ਸਮਝ ਪੈਂਦੀ ਇਹ ਕੰਮ ਲੋਕਾਂ ਦਾ, ਜਾਣੀ ਲੋਕਾਂ ਇੰਨਾ ਕਿਤੇ ਮੰਨ ਲਿਆ ਵੀ ਆਖਰੀ 6 ਮਹੀਨੇ ਪੁੱਠੇ ਸਿੱਧੇ ਕੰਮ ਸਾਰੇ ਹੋਣੇ ਹੁੰਦੇ ਆ, ਤੇ ਖਰਚੇ ਵੀ ਹੋਣੇ ਆ, ਲੋਕਾਂ ਨੂੰ ਧੋਖਾ ਧੜੀ ਵੀ ਹੋਣੀ ਆ, ਬੜੇ ਬੜੇ ਵਾਅਦੇ ਵੀ ਹੋਣੇ ਆ, ਮੈਨੀਫੈਸਟੋ ਵੀ ਆਉਣੇ ਆ, ਕਈ ਕੁਝ ਹੁੰਦਾ। ਉਹਨਾਂ ਕੁ ਲੋਕਾਂ ਨੇ ਆਪਣੇ ਆਪ ਨੂੰ ਐਡਜਸਟ ਕਰ ਲਿਆ, ਕਹਿ ਲਓ, ਇਹਨਾਂ ਦੀ ਪੋਲਿਟਿਕਸ ਦੇ ਨਾਲ, ਸਮਝ ਲਿਆ ਵੀ ਇਹ ਬਹੁਤਾ ਇਹਦੇ 'ਚ ਸੱਚ ਸੱਚਾਈ ਕੋਈ ਹੁੰਦੀ ਨਹੀਂ। ਪਰ ਅਜੇ ਤੇ ਜੁਮਾ 50 ਦਿਨ ਨਹੀਂ ਹੋਏ, 50 ਵਾਰੀ ਪੋਸਟਰ ਲਾਤੇ ਆ ਤੁਸੀਂ, ਆਪਣੇ ਕਢਾਤੇ ਆ, ਵੀ ਕਿਹੜਾ ਇਹਦਾ ਰੋਜ਼ ਦਾ ਤੁਸੀਂ ਵੱਡਾ ਰਾਕਟ ਚੜਾ ਰਹੇ ਆ ਕਿ ਜਿਹੜਾ ਹਰ ਵਾਰੀ ਤੁਹਾਨੂੰ ਆ ਕੇ ਦੱਸਣਾ ਪੈਣਾ ਵੀ ਆਹ ਸਾਡਾ ਨਵਾਂ ਰਾਕਟ ਚੜ ਗਿਆ? ਕੱਖ ਨਹੀਂ ਹੈਗਾ। ਉਧਰ ਨੂੰ ਧਿਆਨ ਹਟਾ ਕੇ, ਮਸ਼ਹੂਰੀ ਵੱਲ ਧਿਆਨ ਹਟਾ ਕੇ ਸਰਕਾਰ ਆਪਣੇ ਪੈਰਾਂ ਤੇ ਖੜੇ ਹੋਵੇ, ਆਪਣੇ ਫੈਸਲੇ ਆਪ ਲੈਣੇ ਸ਼ੁਰੂ ਕਰੇ। ਤੁਸੀਂ ਤੇ ਨਿੱਜੀ ਕਿਹੜਾ ਕੱਢਣ ਵੱਲ ਚੱਲ ਪਏ ਆ। ਲੋਕਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੋਕ ਬਹੁਤ ਪਰੇਸ਼ਾਨ ਆ। ਬਿਜਲੀ ਦੇਣੀ ਆ, ਪਹਿਲਾਂ ਉਹ ਸ਼ੁਰੂ ਕਰਨਾ ਸੀਗਾ, ਪਹਿਲੀ ਗਰੰਟੀ ਬਿਜਲੀ ਦੀ ਹੈ 300 ਯੂਨਿਟ ਜੀ, ਤੇ ਉਹ ਦਿੱਲੀ 'ਚ ਵੀ ਬੰਦ ਕਰਤੀ, ਤੇ ਇੱਥੇ ਕੀ ਦੇਣੀ ਆ? ਉਹ ਤੇ ਦਿੱਲੀ 'ਚ ਕਹਿੰਦੇ ਜਿਹਨੇ ਲੈਣੀ ਲੈ ਲਓ, ਜਿਹਨੇ ਲੈਣੀ ਹੱਥ ਖੜਾ ਕਰੋ, ਵੀ ਉਂਗਲ ਖੜੀ ਕਰੋ, ਉਹਨੂੰ ਦੇ ਦਿਆਂਗੇ, ਬਾਕੀ ਸਾਰੇ ਬੈਠੇ ਰਹੋ ਘਰੇ, ਸਾਡੇ ਕੋਲ ਹੈ ਨਹੀਂ ਬਿਜਲੀ। ਇੱਥੇ ਵੀ ਉਹੀ ਹੋਣਾ ਵੀ ਦੱਸੋ ਕਿਹਨੂੰ ਚਾਹੀਦੀ ਆ? 1000 ਰੁਪਈਆ ਵਾਲਾ ਪੁੱਛਣਗੇ ਚਿੱਠੀ ਪਾ ਕੇ, ਹਰਸਿਮਰਤ ਕੌਰ ਬਾਦਲ ਤੈਨੂੰ 1000 ਰੁਪਈਆ ਮਹੀਨੇ ਦਾ ਚਾਹੀਦਾ? ਹੁਣ ਜੇ ਹਾਂ ਕਹਿੰਦੀ ਤਾਂ ਵੀ ਮਰਦੀ ਆ, ਨਾ ਕਹਿੰਦੀ ਆ ਫਿਰ ਤੇ ਕੋਈ ਏਡਾ ਫਰਕ ਨਹੀਂ ਪੈਣਾ। ਉਹਨਾਂ ਨੇ ਇੱਥੇ ਇਹੀ ਫਾਰਮੂਲਾ ਦਿੱਲੀ ਮਾਡਲ ਲਾ ਕੇ ਕਹਿ ਦੇਣਾ ਕਿ ਦੇਖੋ ਜੀ 1000 ਰੁਪਈਆ ਅਸੀਂ ਤੇ ਸਾਰਿਆਂ ਨੂੰ ਦੇਣਾ ਚਾਹੁੰਦੇ, ਪਰ ਸਾਨੂੰ ਦੱਸੋ ਵੀ ਤੁਹਾਨੂੰ ਚਾਹੀਦਾ ਹੈ। ਵਿੱਚੋਂ ਅੱਧੇ ਧਮਾਤੜ ਸਾਥੀ ਜਿਹੜੀਆਂ ਬਿਲਕੁਲ ਕਹਿਣਗੇ ਯਾਰ ਸਾਨੂੰ ਤੇ ਚਾਹੀਦਾ, ਸਾਨੂੰ ਇੱਜ਼ਤ ਉੱਜ਼ਤ ਦਾ ਕੋਈ ਮਾਮਲਾ ਨਹੀਂ ਹੈ, 12000 ਮੁਫਤ ਦਾ ਸਾਨੂੰ ਚਾਹੀਦਾ, ਉਹ ਤਾਂ ਜ਼ਰੂਰ ਲੈ ਲੈਣਗੇ। ਬਾਕੀ ਮੈਨੂੰ ਲੱਗਦਾ ਕਾਫੀ ਇੱਕ ਵੱਡਾ ਸੈਕਸ਼ਨ ਜਿਹੜਾ 30-40% ਆ, ਉਹ ਨਾ ਕਰ ਦੂਗਾ। ਵੋਟਾਂ ਲੈ ਲਈਆਂ, ਹੁਣ ਕੀ ਲੋੜ ਆ? ਹਾਂ, ਤੇ ਉਸ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਇਹ ਜੋ ਵਾਅਦੇ ਕੀਤੇ 7 ਗਰੰਟੀਆਂ, ਵੱਡੀ ਗੱਲ ਤੇ ਇਹਨਾਂ ਨੇ ਚੋਣ ਮੈਨੀਫੈਸਟੋ ਹੀ ਨਹੀਂ ਜਾਰੀ ਕੀਤਾ। ਸਾਡੇ ਲੋਕ ਵੀ ਦੇਖ ਲਓ ਕਿੱਡੇ ਜੁਝਾਰੂ ਆ। ਭਈ ਤੁਸੀਂ ਘੱਟੋ ਘੱਟ ਉਹਨਾਂ ਨੂੰ ਇਹ ਤੇ ਕਹਿ ਦਿੰਦੇ ਵੋਟਾਂ ਪਾਉਣ ਤੋਂ ਪਹਿਲਾਂ, ਓਏ ਸਾਨੂੰ ਕੁਝ ਦੇ ਦਿਓ, ਅਸੀਂ ਕੱਲ ਨੂੰ ਪੁੱਛਾਂਗੇ ਕੀ ਵੀ ਆਹ ਹੋਇਆ ਤੇ ਆਹ ਨਹੀਂ ਹੋਇਆ। ਉਹ ਕਹਿੰਦੇ ਗਰੰਟੀਆਂ ਦੇ ਦਿੱਤੀਆਂ, ਉਹ ਗਰੰਟੀਆਂ ਸਾਥ ਆ, ਤੇ ਉਹ ਤੇ ਜਨਰਲ ਦੀਆਂ ਗਰੰਟੀਆਂ। ਬਿਜਲੀ ਆ, ਬਿਜਲੀ ਦੀ ਪਹਿਲੀ ਗਰੰਟੀ ਆ, ਤੇ ਦੂਜੀ 1000 ਰੁਪਏ ਦੀ ਆ। ਦਿੱਲੀ ਵਾਲਾ ਮਾਡਲ ਇੱਥੇ ਐਜੂਕੇਸ਼ਨ ਦਾ ਆਉਣਾ, ਸਿੱਖਿਆ ਤੇ ਆਉਣੀ ਆ, ਸਿਹਤ ਆਉਣੀ ਆ, ਤੇ ਰੁਜ਼ਗਾਰ ਆਉਣਾ, ਇੱਕ ਦੋ ਕੋਈ ਹੋਰ, ਇੱਕ ਦੀ ਕੋਈ ਹੋਰ ਗੱਲ। ਮੁਹੱਲਾ ਕਲੀਨਿਕ ਵੀ ਆ ਰਹੇ, ਉਹ ਮੁਹੱਲਾ ਕਲੀਨਿਕ ਕੋਈ ਸਿੱਖਿਆ ਦਾ, ਸਿਹਤ ਦਾ ਆ ਗਿਆ ਨਾ, ਤੇ ਉਹਦੇ 'ਚ ਕੀ ਆਉਣਾ? ਉਹ ਗੱਲਾਂ ਐਵੇਂ ਗੱਲਾਂ ਹੈਗੀਆਂ। ਮੁਹੱਲਾ ਕਲੀਨਿਕ ਤੇ ਉੱਥੇ ਅੱਧੇ ਬੰਦ ਪਏ ਆ, ਕੁਛ ਨਹੀਂ ਹੈ। ਹੁਣ ਦੇਖਿਓ ਜੇ ਮੜ ਜਾ, ਜੇ ਕੋਵਿਡ ਦੀ ਟੈਂਪਰੇਚਰ ਚੜ੍ਹ ਗਿਆ, ਪਿਛਲੀ ਵਾਰੀ ਉਹਨਾਂ ਦੇ ਮਰੀਜ਼ ਇੱਥੇ ਦਾਖਲ ਅਸੀਂ ਕੀਤੇ ਆ, ਬਿਲਕੁਲ, ਤੇ ਜਾ ਕੇ ਅਮਿਤ ਸ਼ਾਹ ਦੇ ਪੈਰੀ ਪੈ ਗਿਆ ਸੀ, ਉਹ ਮੈਨੂੰ ਬਚਾ। ਲੋਕ ਕਿੰਨੇ ਲੋਕ ਹੁਣ ਤੱਕ ਪਤਾ, ਸਾਡਾ ਤੁਹਾਡੇ ਜਰਨੈਲ ਸਿੰਘ ਦੀ ਡੈਥ ਹੋਈ ਆ, ਬਿਲਕੁਲ ਹੋਈ ਆ। ਆਪਣੇ ਐਮਐਲਏ ਦੀ ਨਹੀਂ ਬਚਾ ਸਕੇ ਤੇ ਦੁਨੀਆ ਨੂੰ ਕੀ ਬਚਾਉਣਾ ਸੀ ਇਹਨਾਂ ਨੇ? ਐਵੇਂ ਮਾਰਦੇ ਆ ਲੋਕਾਂ ਨੂੰ। ਮਤਲਬ ਇਹ ਸੇਲਜ਼ਮੈਨ ਬਹੁਤ ਤਕੜਾ। ਕਈ ਬੰਦੇ ਹੁੰਦੇ ਨਾ ਮਿੱਟੀ ਨੂੰ ਵੀ ਕਹਿ ਕੇ ਓਏ ਸੋਨਾ, ਓਏ ਸੋਨਾ, ਓਏ ਸੋਨਾ, ਓਏ ਕਹਿ ਕੇ ਵੇਚ ਜਾਂਦੇ ਆ। ਉਹਨਾਂ 'ਚੋਂ ਕੇਜਰੀਵਾਲ ਇਹ ਆ ਕਿ ਕੂੜੇ ਦਾ ਕੂੜੇ ਦੀ ਚੀਜ਼, ਵੈਸੇ ਹੈ ਵੀ ਉਹ ਅਗਰਵਾਲ ਆ, ਤੇ ਵੇਚਣ ਦਾ ਤੇ ਪਹਿਲਾਂ ਹੀ ਟ੍ਰੇਨਡ ਹੈ ਹੀ ਹੈ। ਫਿਰ ਕਰੇਲਾ ਨਿੰਮ ਤੇ ਚੜਿਆ, IIT ਪੜ੍ਹਿਆ ਹੋਇਆ, IRS ਦੇ ਵਿੱਚ ਆ, ਰਿਜ਼ਾਈਨ ਕਰਕੇ ਕਿ ਮੈਂ ਪੋਲੀਟਿਕਸ ਦਾ। ਬਾਕੀ ਬੰਦਿਆਂ ਨੂੰ ਮੇਰਾ ਕਿ ਸਾਡੇ ਵੀਰਾਂ ਨੂੰ, ਪੰਜਾਬੀਆਂ ਨੂੰ ਬੇਵਕੂਫ ਨਹੀਂ ਹੈ। ਸਾਡੇ ਬੰਦੇ ਇਮਾਨਦਾਰ ਆ, ਔਰ ਕਿਸੇ ਤੇ ਭਰੋਸਾ ਕਰਕੇ ਚੱਲਦੇ ਆ, ਔਰ ਆਪਣੀ ਜੁਰਤ ਤੇ ਬੜਾ ਉਹਨਾਂ ਨੂੰ ਮਾਣ ਆ। ਭਈ ਜੇ ਸਾਨੂੰ ਫਿਰ ਕੋਈ ਕਰੂਗਾ ਤਾਂ ਫਿਰ ਅਸੀਂ ਚਿੱਤ ਵੀ ਕਰ ਦਿਆਂਗੇ, ਫਿਰ ਠੋਕ ਦਿਆਂਗੇ ਮੰਜੀ ਉਹਦੀ, ਸਾਡੇ ਨਾਲ ਜਿਹੜਾ ਧੋਖਾ ਕਰੂਗਾ। ਇਸ ਕਰਕੇ ਇੱਕ ਵਾਰੀ ਕਰ ਦਿਓ, ਕੋਈ ਨਹੀਂ, ਉਹ ਕਰਤਾ ਇੱਕ ਵਾਰੀ। ਹੁਣ ਕਈ ਕਹਿ ਰਹੇ ਯਾਰ 5 ਸਾਲ ਤੇ ਆ। ਮੈਨੂੰ ਸਵੇਰੇ ਕੋਈ ਜਰਨਲਿਸਟ ਆਇਆ ਸੀ, ਕਹਿੰਦਾ ਸੀ ਦੇਖੋ ਪ੍ਰੋਫੈਸਰ ਸਾਹਿਬ ਜਿਹੜੀ ਮਰਜ਼ੀ ਗੱਲ ਹੈਗੀ ਆ, 5 ਸਾਲ ਲਈ ਤੇ ਉਹਨਾਂ ਦੀ ਪੱਕੀ। ਉਹ ਮੈਂ ਕਿਹਾ 5 ਸਾਲ ਪੱਕਾ ਪੁੱਕਾ ਇੱਥੇ ਕੁਝ ਨਹੀਂ ਹੈ, ਇੱਥੇ ਤੇ 5 ਦਿਨ ਕੱਢਣੇ ਔਖੇ ਹੋ ਜਾਣੇ, ਤੁਸੀਂ ਦੇਖੀ ਸਹੀ ਤਾਂ। ਕਿਉਂਕਿ ਸਾਡੇ ਲੋਕਾਂ ਦਾ ਤਾਪਮਾਨ ਬਹੁਤ ਰਾਜਨੀਤਿਕ ਤਾਂ ਚੜ ਗਿਆ ਆ, ਉਹ ਥੱਲੇ ਨਹੀਂ ਆਉਣਾ ਹੁਣ, ਉਹ ਤੇ ਤਾਂ ਹੀ ਜਾਣਾ। ਅਰਵਿੰਦ ਕੇਜਰੀਵਾਲ ਹੋਰਨਾਂ ਸੂਬਿਆਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਇੱਕ ਗੱਲ ਕਹਿੰਦੇ ਦਿਖਾਈ ਦਿੰਦੇ ਨੇ, ਕਹਿੰਦੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋ ਗਿਆ, ਫੋਨ ਕਰਕੇ ਪੁੱਛ ਲਿਓ। ਹੋ ਗਿਆ? ਇਹਨੂੰ ਫੋਨ ਕਰਕੇ ਕੇਜਰੀਵਾਲ ਨੂੰ? ਉਹ ਕਹਿੰਦੇ ਪੰਜਾਬੀਆਂ ਨੂੰ ਫੋਨ ਕਰਕੇ ਪੁੱਛ ਲਿਓ। ਨਹੀਂ, ਭਗਵੰਤ ਮਾਨ ਨੂੰ, ਕਿਉਂਕਿ ਨੰਬਰ 1 ਜਾਰੀ ਕਰਤਾ, ਖਤਮ ਹੋ ਗਿਆ। ਨੰਬਰ ਦੇ ਉੱਤੇ ਵੀਡੀਓ ਪਾਓ, ਸਟਿੰਗ ਪਾਓ। ਇਹ ਉੱਥੇ ਵੀ ਗਿਆ ਸੀਗਾ। ਕਿਹੜਾ ਇੱਥੇ ਕੋਈ ਇੱਥੇ ਰਾਮ ਰਾਜ ਆ ਗਿਆ ਵੀ ਇੱਥੇ ਸਾਰੇ ਲੋਕ ਰਾਤੋਂ ਰਾਤ ਸਾਧੂ ਹੋ ਗਏ ਆ? ਆ ਪਟਵਾਰੀਆਂ ਨੇ ਦੇਖ ਕਰਤੀ ਨਾ ਹੜਤਾਲ। ਇਹ ਸਾਰੇ ਇੱਥੇ ਇਸੇ ਤਰ੍ਹਾਂ ਹੀ ਆ।
ਪੁਲਿਸ ਵਾਲੇ ਹੁਣੇ ਕੱਲ੍ਹ ਹੀ ਇੱਕ ਪੁਲਿਸ ਵਾਲਾ ਫੜਿਆ ਇੱਥੋਂ ਨਾਲ ਹੀ ਤੁਹਾਡੇ ਇਸ 2-3 ਕਿਲੋਮੀਟਰ ਤੋਂ ਵਰਦੀ ਪਾਈ ਫਿਰਦਾ ਸੀਗਾ ਤੇ ਪੈਸੇ ਇਕੱਠੇ ਕਰ ਰਿਹਾ ਸੀ। ਤੇ ਇਸ ਕਿਸਮ ਦੇ ਇਹ ਸਾਰਿਆਂ ਦਾ ਪਟਵਾਰੀਆਂ ਦਾ ਉੱਤੇ ਇੱਕ ਸਿਸਟਮ ਬਣਿਆ ਹੋਇਆ। ਕਾਰਨ ਕੀ ਹੈ ਕਿ ਜਿਹੜੇ ਵੀ ਅਫਸਰ ਨੇ ਆਉਣਾ, ਕਰੋ ਜੀ ਸਾਡਾ ਕੰਮ, ਕਰੋ ਜੀ ਸਾਡਾ ਕੰਮ, ਉਹ ਕਿੱਥੋਂ ਕਰ ਦੇਣ? ਤਨਖਾਹਾਂ ਬੜੀਆਂ ਥੋੜ੍ਹੀਆਂ। ਮੈਂ ਕੋਈ ਕਰਪਸ਼ਨ ਨੂੰ ਜਸਟੀਫਾਈ ਨਹੀਂ ਕਰ ਰਿਹਾ। ਹਰ ਬੰਦੇ ਨੂੰ ਜਿੰਨਾ ਪੈਸਾ ਚਾਹੀਦਾ, ਜਿੰਨਾ ਉਹਦਾ ਰਿਸਪੈਕਟੇਬਲ ਬਣਦਾ, ਤੁਸੀਂ 5-5 ਹਜ਼ਾਰ 6-6 ਹਜ਼ਾਰ ਤੇ ਟੀਚਰ ਰੱਖਦੇ ਆ। ਉਹਨਾਂ ਨੂੰ ਕਹੋ ਜੀ ਆਹ ਵੀ ਕੰਮ ਕਰੋ, ਆਹ ਵੀ ਕੰਮ ਕਰੋ, ਆਹ ਵੀ ਕੰਮ ਕਰੋ, ਉਹਨਾਂ ਦਾ ਤਾਂ ਵਿਚਾਰਿਆਂ ਦਾ ਕਿਤੋਂ ਦਾਬ ਨਹੀਂ ਲੱਗਦਾ ਟੀਚਰਾਂ ਦਾ। ਤਾਂ ਹੀ ਇਹ ਦੁਖੀ ਹੈ, ਸਭ ਤੋਂ ਜ਼ਿਆਦਾ ਇਹ ਬਰਾਦਰੀ ਦੁਖੀ ਹੈ। ਪਰ ਪਟਵਾਰੀਆਂ ਦਾ ਲੱਗਦਾ ਫਰਦ ਚਾਹੀਦੀ ਆ ਇੱਥੇ 500 ਰੱਖ, ਇੱਥੇ 200 ਰੱਖ, ਤਾਂ ਕੰਮ ਚ। ਇਸ ਲਈ ਉਹਨਾਂ ਦਾ ਕਾਰਨ ਇਹ ਆ, ਉਹ ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ। ਮੈਂ ਇਹ ਨਹੀਂ ਕਹਿ ਰਿਹਾ ਕਿ ਪਟਵਾਰੀਆਂ ਨੂੰ ਇਹ ਕੰਮ ਕਰਨਾ ਚਾਹੀਦਾ, ਪਟਵਾਰੀ ਆਪਣੀਆਂ ਤਨਖਾਹਾਂ ਲੈਣ, ਹੋਰ ਲੈਣ, ਪਰ ਬੁੱਤੀ ਨੱਤੀ ਇੰਨੀ ਆ ਉਹਨਾਂ ਕੋਲ ਕਰਵਾਈ ਜਾਂਦੀ ਹੈ ਕਿ ਉਹ ਸਾਰਾ ਖਰਚਾ ਫਿਰ ਕੁਛ ਉਹ ਫਿਰ ਆਪਣਾ ਵੀ ਹਿੱਸਾ ਪੱਤੀ ਰੱਖਦੇ ਹੋਣਗੇ। ਕੁਦਰਤੀ ਹੈ, ਜਦੋਂ ਹੱਥ ਦਾ ਲੱਗਦਾ ਹੀ ਹੈ ਵੀ ਜੇ ਤੁਹਾਨੂੰ ਦੇਣਾ ਤਾਂ ਮੈਨੂੰ ਕੌੜੇ ਲੱਗਦੇ ਪੈਸੇ, ਫਿਰ ਉਹ ਆਪਣੇ ਵੀ ਰੱਖਦੇ ਆ। ਪਰ ਅਸਲ 'ਚ ਸਿਸਟਮ ਨੂੰ ਕਰਪਟ ਕਰਨ ਦੇ ਵਿੱਚ ਇੱਕ ਪੁਲਿਸ ਮਹਿਕਮਾ, ਅਫਸਰਸ਼ਾਹੀ ਤੇ ਵਿੱਚੇ ਸਾਡੀਆਂ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਸ਼ੀਅਨ ਕਹੋ ਤੁਸੀਂ, ਪਾਰਟੀਆਂ ਨੂੰ ਇੱਕ ਪਾਸੇ ਰੱਖ ਲਓ, ਉਹ ਕੰਫਰਟੇਬਲ ਮਹਿਸੂਸ ਕਰਦੇ ਵੀ ਇਹ ਚੱਲੀ ਜਾਵੇ ਥੋੜਾ। ਇਹ ਗਰੀਸ ਆ, ਨਹੀਂ ਤਾਂ ਮਸ਼ੀਨ ਰੁਕ ਜੂਗੀ, ਇਹਦੇ ਨਾਲ ਖੜਖੜ ਕਰੂਗੀ। ਇਹ ਕਿਹੜੀ ਕਰਪਸ਼ਨ ਇਹਨਾਂ ਨੇ ਰੋਕ ਦੇਣੀ ਹੈ ਕੇਜਰੀਵਾਲ ਨੇ? ਮੈਨੂੰ ਦੱਸੋ, ਇਹਦੇ 'ਚ ਕੋਈ ਪੈਸਾ ਨਹੀਂ ਲੱਗਦਾ ਰੇਤਾ ਬਜਰੀ 'ਚ ਰੋਕਣ 'ਚ? ਰੋਕਤੀ ਹੈ। ਕਿੰਨੇ ਦਾ ਟਰਾਲੀ ਮਿਲ ਰਹੀ, ਕਿੰਨੇ ਦਾ ਟਰੱਕ ਮਿਲ ਰਿਹਾ? ਟਰੱਕ 5-7 ਹਜ਼ਾਰ ਵੱਧ ਗਿਆ ਪਰ ਟਰੱਕ, ਤੇ ਟਰਾਲੀ ਵੀ 500-600 ਰੁਪਈਆ ਵੱਧ ਗਈ ਆ ਅੱਗੇ ਨਾਲੋਂ। ਫਿਰ ਕਰਪਸ਼ਨ ਵਧੀ ਆ ਕਿ ਘਟੀ ਆ? ਮੈਨੂੰ ਤਾਂ ਸਮਝ ਨਹੀਂ ਪੈਂਦੀ, ਤੁਸੀਂ ਮੈਨੂੰ ਦੱਸ ਦਿਓ। ਫੋਨ ਕਿਹਨੂੰ ਕਰਨਾ ਮੈਨੂੰ ਦੱਸੋ। ਕੋਈ ਕਿਸੇ ਕਿਸਮ ਦਾ ਇਹ ਇੰਨਾ ਸੌਖਾ ਹੱਲ ਹੋਵੇ ਤੇ ਫਿਰ ਤੇ ਕੇਜਰੀਵਾਲ ਨੂੰ UNO ਦਾ ਬਣਾ ਦਿਓ ਹੈੱਡ, ਤੇ ਸਾਰੀ ਦੁਨੀਆ 'ਚ ਹੀ ਕਰਪਸ਼ਨ ਖਤਮ ਕਰਾ ਦੂਗਾ। ਜੇ ਇੰਨੀ ਸੌਖਾ ਹੋਵੇ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨਾ ਔਰ ਉਸ ਨੂੰ ਬਦਲਣਾ, ਇਹ ਐਵੇਂ ਗੱਲਾਂ ਜ਼ਿਆਦਾ ਆ। ਸਟਿੰਗ ਕਰ ਦਿਓ, ਇਹ ਆਇਆ, ਆਹ ਨੰਬਰ ਦੇ ਉੱਤੇ ਸਾਨੂੰ ਵੀਡੀਓ ਭੇਜ ਦਿਓ, ਇੰਝ ਆਇਆ, ਫਲਾਨਾ ਕਰ ਦਿਓ, ਸ਼ਿਕਾਇਤ ਕਰ ਦਿਓ। ਸ਼ਿਕਾਇਤਾਂ ਕਰ ਕਰਕੇ ਉਹ ਸਾਰਾ ਬਕਸਾ ਭਰ ਕੇ ਉਹ ਕੰਪਲੇਂਟਾਂ ਡੁੱਲ ਰਹੀਆਂ। ਕਿੱਥੇ ਹੋ ਗਿਆ? ਨੰਬਰ ਦੇਣ ਦੇ ਨਾਲ ਕਰਪਸ਼ਨ ਦੂਰ ਹੋ ਜੂਗੀ। ਉਹ ਤਾਂ ਪਹਿਲਾਂ ਵੀ ਲੋਕਾਂ ਨੂੰ ਪਤਾ। ਨੰਬਰ ਦੇਣ ਦਾ ਤਾਂ ਵੀ ਜਿੱਥੇ ਪਤਾ ਨਾ ਹੋਵੇ ਵੀ ਅਚਾਨਕ ਸਾਨੂੰ ਪਤਾ ਲੱਗ ਰਿਹਾ। ਗਰੇਵਾਲ ਜੀ, ਇਸ ਲਈ ਮੇਰਾ ਇਹ ਕਹਿਣਾ ਕਿ ਸਾਡੀ ਸਭ ਤੋਂ ਪਹਿਲੀ ਦੁਖਾਂਤ ਦੀ ਗੱਲ ਤੇ ਚੁਣੌਤੀ ਦੀ ਗੱਲ ਉਹ ਇਹ ਹੈ ਕਿ ਪੰਜਾਬ ਦੀ ਸਰਕਾਰ ਪੰਜਾਬੀਆਂ ਨੂੰ ਦਿੱਤੀ ਜਾਏ ਤੇ ਦਿੱਲੀ ਤੋਂ ਇਹਨੂੰ ਚੰਡੀਗੜ੍ਹ 'ਚ ਲਿਆਂਦਾ ਜਾਏ। ਹਾਲ ਦੀ ਘੜੀ ਇਹ ਨਹੀਂ ਹੈ। ਜੇ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਤੇ ਜੇ ਠਹਿਰ ਕੇ ਵਿਸ਼ਵਾਸ ਕਰਨਾ ਸਾਡੇ ਵੀਰਾਂ ਲੋਕਾਂ ਨੇ, ਤਾਂ ਫਿਰ ਉਦੋਂ ਤੱਕ ਅਸੀਂ ਬਹੁਤ ਲੇਟ ਹੋ ਚੁੱਕੇ ਹੋਵਾਂਗੇ। ਫਿਰ ਕਈ ਟੈਂਕੀਆਂ ਤੇ ਹੋਰ ਵੀ ਚੜ੍ਹੇ ਹੋਣਗੇ ਤੇ ਕਈ ਰੇਲਾਂ ਤੇ ਬੈਠੇ ਹੋਣਗੇ ਤੇ ਕਈ ਜਾ ਕੇ ਪਤਾ ਨਹੀਂ ਕਿੱਥੇ ਕੀ ਕੁਛ ਕਰ। ਪਰ ਭਗਵੰਤ ਸਿੰਘ ਮਾਨ ਕਹਿੰਦੇ ਤੁਸੀਂ ਲੇਟ ਨਹੀਂ ਹੋ ਰਹੇ, ਉਹ ਕਹਿੰਦੇ ਸਾਨੂੰ ਸਮਾਂ ਦਿਓ। ਉਹ ਇਹ ਵੀ ਕਹਿੰਦੇ ਨੇ ਕਿ ਕਹਿੰਦੇ ਮੈਨੂੰ ਕੱਲੀ ਗਾਰੰਟੀ ਦੀ ਵੀ ਗੱਲ ਯਾਦ ਆ, ਕੱਲੇ ਵਾਅਦੇ ਦੀ ਵੀ ਗੱਲ ਯਾਦ ਆ। ਮੈਂ ਜੋ ਤੁਹਾਡੇ ਨਾਲ ਜਿਹੜਾ ਕੀਤਾ ਸੀ, ਲੋਕਾਂ ਦੇ ਨਾਲ ਕੀਤਾ ਸੀ, ਉਹ ਪੂਰਾ ਕਰੂੰਗਾ। ਕਹਿੰਦੇ ਹਾਲੇ ਸਮਾਂ ਜਿਹੜਾ ਬੜਾ ਥੋੜਾ ਹੋਇਆ, ਸਾਨੂੰ 50 ਕੁ ਦਿਨ ਹੋਇਆ, ਸਾਨੂੰ ਸਮਾਂ ਦਿਓ, ਮੈਂ ਕੱਲੀ ਗੱਲ ਪੂਰੀ ਤੁਹਾਨੂੰ ਕਰਕੇ ਦਿਖਾਊਂਗਾ। ਇਹਨੇ ਪਛਤਾਉਣ ਨਹੀਂ ਦਿੰਦਾ ਵੀ ਤੁਸੀਂ ਸਰਕਾਰ ਭਗਵੰਤ ਮਾਨ ਦੀ ਬਣਾਈ। ਮੈਂ ਗੱਲ ਮੰਨ ਲਾਂ, ਸਾਨੂੰ ਵਿਸ਼ਵਾਸ ਹੋ ਜੇ ਜੇ ਇਹ ਕੰਮ ਕਰਦੇ ਦਿਖਣ ਤੇ। ਇਹ ਕੰਮ ਨਾਲੋਂ ਜ਼ਿਆਦਾ ਤੇ ਇਸ਼ਤਿਹਾਰ ਲਾਈ ਜਾਂਦੇ। ਮੈਂ ਤੇ ਆਹੀ ਤੇ ਕਹਿਣਾ ਵੀ ਪੈਸਾ ਹੈ ਨਹੀਂ, ਉਹ ਇਸ਼ਤਿਹਾਰ ਕਿਤੇ ਸਸਤਾ ਲੱਗਦਾ। ਕਈ ਕਰੋੜ ਰੁਪਏ ਇੱਕ ਵਾਰੀ ਖਰਚੇ ਆ ਜਾਂਦੇ ਆ ਇਸ਼ਤਿਹਾਰ ਕੱਢਣ ਤੇ। ਉਹ ਫਿਰ ਟੀਵੀਆਂ ਤੇ ਚੱਲ ਰਹੇ ਆ ਵੀ ਜਿਹੜੀ ਜੁਮਾ ਜੇ ਤੁਸੀਂ ਘੋੜੇ ਚੋਂ ਪੂਣੀ ਵੀ ਨਹੀਂ ਕੱਢਿਆ ਹੀ ਕੁਛ ਨਹੀਂ, ਅਜੇ ਸ਼ੁਰੂ ਵੀ ਨਹੀਂ ਹੋਏ, ਟੇਕ ਆਫ ਵੀ ਨਹੀਂ ਹੋਏ, ਤੇ ਕਾਹਦੇ ਪੋਸਟਰ ਲਾ ਰਹੇ ਆ ਵੀ ਤੁਸੀਂ ਕਰਨ ਲੱਗੇ ਜੀ ਵੀ ਇੰਨੀਆਂ ਨੌਕਰੀਆਂ ਦੇਣ ਲੱਗੇ ਆ ਜੀ, ਢੋਲ ਵਜਾਈ ਜਾਂਦੇ ਆਪਣੇ ਆਪ ਪਹਿਲਾਂ ਹੀ। ਇਹਦਾ ਮਤਲਬ ਕਰਨਾ ਕੁਛ ਨਹੀਂ, ਢੋਲ ਵਜਾਉਣੇ ਆ। ਇੱਥੋਂ ਸਾਨੂੰ ਸ਼ੱਕ ਹੋ ਰਿਹਾ ਕਿ ਜਿਹਨੇ ਕਰਨਾ ਹੁੰਦਾ ਉਹ ਰੌਲਾ ਪਾਉਂਦਾ। ਅੰਗਰੇਜ਼ੀ ਦੀ ਸੇਇੰਗ ਆ, ਬਾਰਕਿੰਗ ਡੌਗਸ ਨੈਵਰ ਬਾਈਟ। ਜਿਹੜੇ ਕੁੱਤੇ ਭੌਂਕਦੇ ਆ ਨਾ, ਉਹ ਕੱਟਦੇ ਨਹੀਂ ਹੈਗੇ। ਇਹ ਜਿਹੜੇ ਰੋਜ਼ ਇਸ਼ਤਿਹਾਰ ਦਿੰਦੇ, ਇਹਨਾਂ ਨੇ ਕਰਨਾ ਕੁਛ ਨਹੀਂ ਜੇ। ਹਾਂ, ਸਾਨੂੰ ਵਿਸ਼ਵਾਸ ਹੋ ਸਕਦਾ, ਸਾਨੂੰ ਇੰਨੀ ਬੇਵਿਸ਼ਵਾਸੀ ਨਹੀਂ ਚਾਹੀਦੀ ਕਰਨੀ। ਮੈਂ ਖੁਦ ਵੀ ਉਸ ਗੱਲ ਦੀ ਐਡਮਿਟ ਕਰਦਾ ਇਸ ਗੱਲ ਦਾ ਕਿ ਜਿਹੜੀਆਂ 25,000 ਜਾਂ 26,454 ਨੌਕਰੀਆਂ ਇਹਨਾਂ ਨੇ ਕਹੀਆਂ ਦੇਣੀਆਂ, ਜਿਹੜੀਆਂ ਉਹਦੇ ਲਈ ਇਹ ਦੱਸਣ ਵੀ ਟੋਟਲ ਜਿਹੜੀਆਂ ਨੌਕਰੀਆਂ ਇੰਨੀਆਂ ਦੇਣ ਲਈ ਕਿੰਨਾ ਖਰਚਾ ਇਹਨਾਂ ਦਾ ਸਾਲ ਦਾ ਆਊਗਾ। ਚਾਹੀਦਾ ਨਹੀਂ ਦੇਣਾ, ਇਸ਼ਤਿਹਾਰ ਦੇਣਾ ਚਾਹੀਦਾ। ਹੋਰ ਸਾਰੀ ਐਡਵਰਟਾਈਜ਼ਮੈਂਟ ਬੰਦ ਕਰ ਦੇਣ, ਇਸ ਗੱਲ ਦੀ ਐਡਵਰਟਾਈਜ਼ਮੈਂਟ ਦੇਣ, ਲੋਕਾਂ ਨੂੰ ਦੱਸਣ, ਭਾਵੇਂ ਖਬਰ ਦੇ ਦੇਣ, PC ਕਰ ਦੇਣ, ਕੁਛ ਕਰ ਦੇਣ।
ਕਿ ਇੰਨੀਆਂ ਨੌਕਰੀਆਂ, ਬਾਕੀ ਜਿਹੜੇ ਠੇਕੇਦਾਰ ਆ 35,000 ਉਹ ਤੇ ਲੱਗ ਬੈਠੇ ਆ ਵੀ ਠੇਕੇਦਾਰਾਂ ਵਾਲੇ ਜਿਹੜੇ ਕੰਟਰੈਕਟ ਵਰਕਰ ਉਹਨਾਂ ਨੂੰ ਪੱਕਿਆ ਕਰਨਾ, ਉਹ ਤੇ ਹੋਣੇ ਹੀ ਨਹੀਂ। ਉਹ ਤੇ ਕੋਰਟ ਨੇ ਵੀ ਕਹਿ ਦਿੱਤਾ, ਉਹ ਤੇ 2006 ਦਾ ਸੁਪਰੀਮ ਕੋਰਟ ਦਾ ਵੀ ਫੈਸਲਾ, ਹਾਈ ਕੋਰਟਾਂ ਦੇ ਫੈਸਲੇ, ਉਹ ਬਹੁਤ ਔਖਾ ਕੰਮ ਆ। ਉਹ ਹੱਥ ਪਾ ਲਿਆ, ਉਹ ਤੇ ਵੈਸੇ ਹੀ ਬੰਦੇ ਨਿੰਮੋ ਝੂਣੇ ਜੇ ਹੋਏ ਬੈਠੇ, ਉਦਾਸ ਹੋਏ ਬੈਠੇ। ਆ ਜਿਹੜੀਆਂ ਬਾਕੀ ਦਿਆਂ ਨੂੰ ਦੇਣੀਆਂ, ਐਡਾ ਪੋਸਟਰ ਨਿਕਲਿਆ ਜਿਹੜਾ ਸਾਰੇ ਮਹਿਕਮਿਆਂ ਦਾ, ਸਾਰਿਆਂ ਦੇ ਅੱਗੇ ਗਧੇ ਦੇ ਅੱਗੇ ਗਾਜਰ ਟੰਗਤੀ ਆ। ਹੁਣ ਤੁਰੇ ਫਿਰੋ ਵੀ ਤੈਨੂੰ ਵੀ ਮਿਲਣੀ, ਤੈਨੂੰ ਵੀ ਮਿਲਣੀ, ਤਾਂ ਕਿ ਉਹ ਜੁੱਤੀਆਂ ਘਸਾਈ ਜਾਣ ਆਪਣੇ ਆਪਣੇ MLA ਦੇ ਪਿੱਛੇ। ਹੈ ਉਹਦਾ ਮਤਲਬ ਤੇ ਮੇਰਾ ਯਾਰ ਮੁੰਡਾ ਰਹਿੰਦਾ, ਮੇਰੀ ਕੁੜੀ ਰਹਿੰਦੀ, ਉਹ ਸਾਡੇ ਮਹਿਕਮੇ ਦੀ ਕੁੜੀ, ਤੇਰੇ ਕੋਲ ਕਿਹੜੇ ਆ, ਤੂੰ ਫਲਾਣੇ ਮਿਨਿਸਟਰ ਕੋਲ ਚਲੇ ਜਾ, ਤੂੰ ਫਲਾਣੇ ਕੇਜਰੀਵਾਲ ਕੋਲ ਹੀ ਚਲੇ ਜਾ, ਥੋੜ੍ਹੀ ਜਿਹੀ ਥੈਲੀ ਦੇ ਆ, ਫਲਾਨਾ ਕਰ ਆ, ਪਾਰਟੀ ਦਾ ਦੇ ਆ। ਇਹ ਕੰਮ ਸ਼ੁਰੂ ਕਰਨ ਲਈ ਐਡਵਰਟਾਈਜ਼ ਕਰਤਾ, ਲੋਕ ਤੁਰੇ ਫਿਰਨ ਭੱਜੇ ਫਿਰਨ, ਵਿਚਾਰੇ ਪਹਿਲਾਂ ਹੀ ਦੁਖੀ ਹੈ ਬੇਰੁਜ਼ਗਾਰੀ ਨਾਲ, ਹੋਰ ਕੰਮ ਸ਼ੁਰੂ ਇੱਕ ਫਰੰਟ ਖੋਲ੍ਹਤਾ, ਲੱਗੇ ਦੇਣ। ਨਹੀਂ ਤੇ ਰੌਲਾ ਪਾਉਣ ਦੀ ਨਹੀਂ ਲੋੜ ਹੁੰਦੀ, ਜਿਹਨੇ ਨੌਕਰੀ ਦੇਣੀ ਚੁੱਪ ਕਰਕੇ ਦੇਵੇ, ਤਾਂ ਕਿ ਕਿਸੇ ਨੂੰ ਕਰਪਸ਼ਨ ਕਰਨ ਦਾ ਕੋਈ ਮੌਕਾ ਨਾ ਮਿਲੇ, ਕਿਸੇ ਨੂੰ ਆਪਣੇ ਆਪ ਤੇ ਪੈਸੇ ਲੈ ਕੇ, ਥੈਲੀਆਂ ਲੈ ਕੇ ਕਿਸੇ ਦੇ ਪਿੱਛੇ ਫਿਰਦੇ ਸਿਫਾਰਸ਼ਾਂ ਲਈ ਮੌਕਾ ਨਾ ਮਿਲੇ। ਪਰ ਬੇਰੁਜ਼ਗਾਰੀ ਤਾਂ ਉਹ ਕਹਿੰਦੇ ਅਸੀਂ ਇਹੋ ਜਿਹਾ ਰੁਜ਼ਗਾਰ ਸੈੱਟ ਕਰਾਂਗੇ ਪੰਜਾਬ ਦੇ ਵਿੱਚ, ਇਹੋ ਜਿਹਾ ਕੋਈ ਸੈੱਟ ਕਰਾਂਗੇ ਕਿ ਬੇਰੁਜ਼ਗਾਰੀ ਦੂਰ ਦੀ ਗੱਲ ਆ, ਕਹਿੰਦੇ ਬਾਹਰਲੇ ਗੋਰੇ ਆ ਕੇ ਜੰਮਦੇ ਨੂੰ ਨੌਕਰੀ ਦਾ ਨਾਲ ਸਰਟੀਫਿਕੇਟ ਦਿਆ ਕਰਾਂਗੇ। ਜਦੋਂ ਡਾਕਟਰ ਉੱਥੇ ਪੈਦਾ ਹੋਊ ਨਾ, ਵੀ ਲੈ ਤੈਨੂੰ ਨੌਕਰੀ 5 ਸਾਲਾਂ ਬਾਅਦ ਆ, ਤੇ 10 ਸਾਲਾਂ ਬਾਅਦ 20 ਸਾਲਾਂ ਬਾਅਦ ਆ ਨੌਕਰੀ ਮਿਲੂਗੀ। ਇਹੋ ਜਿਹੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ? ਕਿੱਥੇ ਦੁਨੀਆ ਦੇ ਵਿੱਚ ਬੇਰੁਜ਼ਗਾਰੀ ਨਹੀਂ ਹੈ? ਬੇਰੁਜ਼ਗਾਰੀ ਕਿਵੇਂ ਖਤਮ ਕਰ ਦੇਣਗੇ ਮੈਨੂੰ ਦੱਸਣ। ਕਿਹੜੀ ਇਕਨੋਮਿਕਸ ਪੜ੍ਹਿਆ ਹੈ ਕੇਜਰੀਵਾਲ ਜਾਂ ਭਗਵੰਤ ਮਾਨ ਵੀ, ਕਿ ਕਿੱਥੇ ਕਿਹੜੀ ਅਰਥ ਵਿਵਸਥਾ ਜਿੱਥੇ ਰੁਜ਼ਗਾਰ 100% ਹੈ ਜਾਂ ਬੇਰੁਜ਼ਗਾਰੀ ਨਹੀਂ? ਬੇਰੁਜ਼ਗਾਰੀ ਰਹੂਗੀ, ਪਰ ਤੁਸੀਂ ਕਿੰਨਾ ਰੁਜ਼ਗਾਰ ਦੇ ਸਕਦੇ ਹੋ ਉਹ ਦੱਸੋ, ਤੁਸੀਂ ਕਿਵੇਂ ਦੇਣਾ ਉਹ ਦੱਸੋ। ਇਹਦੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ? ਜੇ ਟੋਟਲ ਸਾਡੀ ਜਿਹੜੀ ਪੰਜਾਬ ਦੀ ਇਨਕਮ ਆ ਜਿਹੜੀ ਹੁੰਦੀ ਹੈ, ਰੈਵਨਿਊ ਹੁੰਦਾ, ਜੇ ਸਾਰਾ ਕੁਝ ਫਿਕਸ ਲਾਇਬਿਲਟੀਜ਼ ਜਿਹੜੀਆਂ, ਜਾਣੀ ਤੁਸੀਂ ਲੋ ਤਨਖਾਹਾਂ, ਪੈਨਸ਼ਨਾਂ, ਇੰਟਰਸਟ, ਸੂਦ ਸਾਰਾ ਪਾਪੂ ਕੇ ਦੇ ਦਿਓ, 3% ਬਜਟ ਬਚਦਾ। ਉਹਦੇ 'ਚੋਂ ਕਿੱਥੋਂ ਇਹ ਨੌਕਰੀਆਂ ਬਚੀ ਜਾਂ ਮੈਨੂੰ ਦੱਸਣ ਕਿੱਥੋਂ ਦੇਣਗੇ? ਤੁਸੀਂ ਇਹ ਦੱਸੋ ਵੀ ਤੁਸੀਂ ਪੈਸੇ ਕਿੱਥੋਂ ਇਕੱਠੇ ਕਰ ਰਹੇ? ਪਹਿਲਾਂ ਉਹ ਦੱਸੋ, ਫਿਰ ਕਹੋ ਸਾਡੇ ਕੋਲ ਪੈਸੇ ਇਕੱਠੇ ਹੋ ਗਿਆ, 20,000 ਕਰੋੜ ਰੁਪਈਆ ਅਸੀਂ ਫਲਾਨੀ ਜਗ੍ਹਾ ਤੋਂ ਇਕੱਠਾ ਕਰ ਲਿਆ। ਅਸੀਂ ਹੁਣ ਲੱਗੇ ਆ ਐਡਵਰਟਾਈਜ਼ਮੈਂਟ ਕਰਨ, ਅਸੀਂ ਇੰਨੀਆਂ ਕਰੋੜ ਦੀਆਂ ਨੌਕਰੀਆਂ ਇਸ ਮਹਿਕਮੇ 'ਚ, ਇੰਨੇ ਕਰੋੜ ਦੀਆਂ ਇਸ ਮਹਿਕਮੇ 'ਚ, ਪਹਿਲਾਂ ਆ ਦਿਆਂਗੇ, ਅੱਧੀਆਂ ਆ ਦਿਆਂਗੇ, ਸਾਨੂੰ ਚੰਗਾ ਲੱਗੇ, ਅਸੀਂ ਇਹਨਾਂ ਦੇ ਢੋਲ ਵਜਾ ਕੇ ਗੁਣ ਗਾਇਨ ਕਰਾਂਗੇ। ਕੁਛ ਨਹੀਂ ਇਹੋ ਜਿਹਾ ਕਰਨਾ। ਪੈਸੇ ਇਕੱਠੇ ਤਾਂ ਉਹ ਕਹਿੰਦੇ ਆ ਕਿ ਜਿਵੇਂ ਮੈਂ ਦਿੱਲੀ ਦੇ ਵਿੱਚ ਵੀ ਪਹਿਲਾਂ ਕੀਤਾ, ਜਿਹੜੇ ਪੁਲ ਬਣਦੇ ਸੀ 100 ਕਰੋੜ ਦੇ, ਕਹਿੰਦੇ ਉਹ ਮੈਂ 20 ਕਰੋੜ ਦੇ ਵਿੱਚ ਬਣਾਤੇ, 80 ਕਰੋੜ ਆ ਗਿਆ, ਉਹਦੇ ਮੈਂ ਡਿਵੈਲਪਮੈਂਟ ਕਰਤੀ। ਕਹਿੰਦੇ ਉਹੀ ਕਨਸੈਪਟ ਜਿਹੜਾ ਪੰਜਾਬ 'ਚ ਲਾਗੂ ਕਰਨਾ। ਉਹਨਾਂ ਦੇ ਕਹਿਣ ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ? ਤੁਸੀਂ ਕਦੀ ਤਹਿਕੀਕਾਤ ਕੀਤੀ ਜਾ ਕੇ ਵੀ ਉੱਥੇ ਕੀ ਹੋਇਆ? ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਉਹ ਕੋਈ ਟੈਂਡਰ ਪਹਿਲਾਂ ਹੋਰ ਸੀਗੇ, ਫਿਰ ਬਾਅਦ 'ਚ ਹੋਰ ਟੈਂਡਰ ਕਰਕੇ ਉਹ ਕੁਛ ਕਰਤਾ। ਹਾਂ, ਬਜਟ ਜਿਸ ਤਰ੍ਹਾਂ ਕਹਿੰਦੇ ਕਿ ਪਹਿਲਾਂ ਨਾਲੋਂ ਵਧਿਆ, ਬਜਟ ਸਾਰੀਆਂ ਸੂਬਿਆਂ ਦੇ ਵੱਧ ਰਹੇ ਆ, ਉਹਨਾਂ ਦੇ ਵੀ ਵਧੂਗਾ, ਕਿਉਂਕਿ ਇਨਫਲੇਸ਼ਨ ਹੁੰਦੀ ਆ। ਵੈਸੇ ਵੀ ਜਿਵੇਂ ਰੈਵਨਿਊ ਵਧੂਗਾ ਤਿਵੇਂ ਬਜਟ ਵੀ ਵਧਣਗੇ, ਖਰਚੇ ਵਧਣਗੇ, ਹਰ ਕਿਸਮ ਦੇ ਖਰਚੇ ਵੱਧ ਰਹੇ ਆ। ਸਾਡੇ ਘਰਾਂ 'ਚ ਖਰਚੇ ਨਹੀਂ ਵਧੇ। ਪੈਟਰੋਲ ਦੀਆਂ ਕੀਮਤਾਂ ਜਿਹੜੀਆਂ 72 ਰੁਪਏ ਸੀਗੀਆਂ ਕੱਲ੍ਹ ਤੱਕ, ਹੁਣ ਜਾ ਕੇ 110 ਤੱਕ ਪਹੁੰਚ ਗਈਆਂ, 105 ਤੇ ਚੰਡੀਗੜ੍ਹ 'ਚ ਹੀ ਆ ਗਈਆਂ, ਅੱਜ ਪਵਾ ਕੇ ਆਇਆ। ਤੇ ਕਹਿਣ ਦਾ ਮਤਲਬ ਹੈ ਵੀ ਬਜਟ ਨਹੀਂ ਵਧੂਗਾ, ਬਜਟ ਤੇ ਵਧਣਾ। ਇਹ ਤਾਂ ਹੀ ਮੈਂ ਕਹਿੰਦਾ, ਐਡੇ ਪਖੰਡੀ, ਐਡੇ ਸ਼ਾਤਰ, ਜਾਣੀ ਕੋਈ ਅਜੇ ਤੱਕ ਦੇਸ਼ ਦੇ ਵਿੱਚ ਇਹੋ ਜਿਹਾ ਪਖੰਡੀ ਬੰਦੇ ਨਹੀਂ ਪੈਦਾ ਹੋਏ ਜਿੰਨਾ ਕੇਜਰੀਵਾਲ, ਤੇ ਉਹਦਾ ਕਲਚਰ ਪੈਦਾ ਕਰ ਰਿਹਾ। ਜਾਣੀ ਬਿਨਾਂ ਕੁਛ ਕੀਤਿਆਂ ਢੋਲ ਇੰਨਾ ਵਜਾ ਦਿਓ ਕਿ ਲੋਕਾਂ ਨੂੰ ਐਉਂ ਲੱਗਣ ਲੱਗ ਜੇ ਵੀ ਹੋ ਗਿਆ। ਸਾਰੀ ਕ੍ਰਿਸ਼ਮਾ ਹੀ ਉਹਦਾ ਇਹ। ਤਾਂ ਕੀ ਲੱਗਦਾ, ਜਿਸ ਤਰ੍ਹਾਂ ਦੇ ਨਾਲ ਵਿਰੋਧੀ ਕਹਿ ਰਿਹਾ, ਤੁਸੀਂ ਵੀ ਕਹਿ ਰਹੇ ਹੋ ਕਿ ਲੱਗਦਾ ਸਰਕਾਰ ਜਿਹੜੀ ਆ ਦਿੱਲੀ ਤੋਂ ਚੱਲ ਰਹੀ ਹੈ, ਤਾਂ ਕੀ ਲੱਗਦਾ ਪੰਜਾਬੀ ਕਿੰਨਾ ਕੁ ਚਿਰ ਚੱਲਣਗੇ ਫਿਰ ਜੇ ਦਿੱਲੀ ਤੋਂ ਚੱਲਦੀ ਹੈ? ਵੀ ਨਹੀਂ ਚੱਲ ਰਹੀ। ਵਿਰੋਧੀ ਕਹਿੰਦੇ ਆ, ਸਾਰੇ ਹੀ ਕਹਿੰਦੇ ਆ। ਨਹੀਂ, ਤੁਹਾਨੂੰ ਛੱਕ, ਤੁਸੀਂ ਵੀ ਐਜ਼ ਏ ਜਰਨਲਿਸਟ ਦੇਖ ਹੀ ਰਹੇ ਆ ਜਿਹੜੇ ਜਿੰਨੀ ਕੈਬਨਿਟ ਬਣੀ ਆ, ਕੀ ਇਹ ਜਿਹੜੇ ਪੁਰਾਣੇ ਬੰਦੇ, ਅਮਨ ਅਰੋੜਾ, ਉਹ ਕੁੰਵਰ ਵਿਜੇ ਪ੍ਰਤਾਪ, ਲੋਕ ਤੇ ਇੱਥੇ ਫੋਨ ਹੋ ਗਏ, ਰੌਲਾ ਪੈ ਗਿਆ ਕਿ ਉਹਨੂੰ ਹੋਮ ਮਿਨਿਸਟਰ ਬਣਾ ਦਿੱਤਾ, ਪੁਲਿਸ ਦਾ ਮਹਿਕਮਾ ਉਹਦੇ ਕੋਲ ਜਾਣਾ, ਉਹਨੂੰ ਆ ਕੇ ਸਪੈਸ਼ਲੀ ਜੁਆਇਨ ਕਰਵਾਇਆ ਕੇਜਰੀਵਾਲ ਨੇ। ਕਿੱਥੇ ਆ ਵੀ ਉਹ ਕਿਉਂ ਨਹੀਂ ਮਿਨਿਸਟਰ ਬਣਿਆ? ਹੋਰ ਪੁਰਾਣੇ ਜਿਹੜੇ ਇਹਨਾਂ ਦੇ ਪੁਰਾਣੀ ਟੀਮ ਦੇ ਬੰਦੇ ਸੀ, 10 ਕੁ ਤੇ ਨਿਕਲ ਗਏ, 10 ਕੁ ਬੱਚੇ ਸੀਗੇ, ਉਹਨਾਂ 'ਚ ਠੀਕ ਠਾਕ ਸੀ। ਆ ਇੱਕ ਚੀਮੇ ਨੂੰ ਜ਼ਰੂਰ ਉਹ ਜਿਹਾ ਮਹਿਕਮਾ ਦੇ ਦਿੱਤਾ ਮਾਰ ਖਾਣ ਵਾਲਾ ਲੋਕਾਂ ਦੀਆਂ, ਜਿਹੜਾ ਮਨਪ੍ਰੀਤ ਨੂੰ ਮਿਲਿਆ ਸੀ, ਕਿੱਥੇ ਗਿਆ ਵਿਚਾਰਾ, ਬੁਰਾ ਹਾਲ ਉਹਦਾ, ਤੇ ਉਹਨੂੰ ਪੈਸੇ ਵਾਲਾ ਦੇ ਦਿੱਤਾ ਚੀਮੇ ਨੂੰ। ਬਾਕੀ ਸਾਰਿਆਂ ਦਾ ਤੇ 7 ਮਿਨਿਸਟਰੀਆਂ ਉਂਝ ਹੀ ਰੱਖੀਆਂ ਹੋਈਆਂ। ਇਹ ਜਿਹੜੇ ਸਾਰੇ ਲੱਗੇ ਆ, ਹਰਜੋਤ ਬੈਂਸ ਜਾਂ ਹੋਰ ਸਾਰੇ ਆ, ਸਾਰੇ ਦਿੱਲੀ ਨੂੰ ਸਲਾਮ ਕਰਦੇ, ਇਹਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਉਹਨੇ ਆ ਕੇ ਇੱਥੇ ਇੱਕ ਆਪਣਾ ਗਵਰਨਰ ਰੱਖਿਆ ਕੇਜਰੀਵਾਲ ਨੇ। ਉਹ ਗਵਰਨਰ ਕੌਣ ਆ ਤੁਸੀਂ ਜਾਂ ਸਮਝ ਗਏ? ਰਾਘਵ ਚੱਡਾ।
ਇੱਥੋਂ ਉਹਨੂੰ ਜਾ ਕੇ ਫਿਰ ਰਾਘਵ ਚੱਡੇ ਦੀਆਂ ਇੱਥੇ ਉਹਨੇ ਗਾਜਰਾਂ ਬੀਜੀਆਂ ਹੋਈਆਂ ਸੀਗੀਆਂ ਵੀ ਜਿਹੜੀਆਂ ਜਿਹਦੇ ਕਰਕੇ ਉਹਨੂੰ ਇੱਥੇ ਇਹ ਬਣਾ ਦਿੱਤਾ। ਇੱਥੇ ਸਾਡੇ ਕੋਲ ਕੋਈ ਬੰਦੇ ਹੀ ਨਹੀਂ ਹੈਗੇ, ਆਪਣੀ ਪਾਰਟੀ ਦੇ ਹੀ ਬਣਾਉਂਦੇ। ਜਾਂ ਦੇਖੋ ਰਾਜ ਸਭਾ ਦਾ ਮਤਲਬ ਐਮੀਨੈਂਟ ਲੋਕ ਜਿਹੜੇ ਚੋਣਾਂ 'ਚ ਲੜਨਾ ਨਹੀਂ ਚਾਹੁੰਦੇ ਜਾਂ ਲੜਨ ਦੀ ਉਹਨਾਂ 'ਚ ਸ਼ਮਤਾ ਨਹੀਂ, ਪਰ ਉਂਝ ਸਾਡੀ ਸਰਕਾਰ ਲਈ, ਸਾਡੀ ਐਡਮਿਨਿਸਟ੍ਰੇਸ਼ਨ ਲਈ, ਸਾਡੀ ਗੁੱਡ ਗਵਰਨੈਂਸ ਲਈ ਉਹ ਬਹੁਤ ਚੰਗੇ ਬੰਦੇ ਆ। ਫਾਰ ਇੰਸਟੈਂਸ ਸਰਦਾਰਾ ਸਿੰਘ ਜੌਹਲ ਇੰਨੀ ਉਮਰ ਦੇ ਬੰਦੇ ਆ, ਨਾਂ ਤੇ ਲੈਂਦੇ। ਭਗਤ ਸਿੰਘ ਦੇ ਪੋਸਟਰ ਲਾਈ ਫਿਰਦੇ ਆ। ਭਗਤ ਸਿੰਘ ਦਾ ਭਾਣਜਾ ਜਗਮੋਹਨ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ, ਅਮਰ ਕੌਰ ਦਾ ਬੇਟਾ, ਸਾਰੀ ਉਮਰ ਉਹਨੇ ਲੋਕਾਂ ਲਈ ਕੰਮ ਕੀਤਾ। ਇਹਨਾਂ ਨੂੰ ਦਿਖਿਆ ਨਹੀਂ, ਆ ਜਾ ਕੇ ਲਵਲੀ ਸਵੀਟ ਤੇ ਆ ਹੋਰ ਰੋੜੇ ਵਰਗੇ ਇਹਨਾਂ ਨੂੰ ਬੰਦੇ ਦੇਖ ਪਏ, ਜਿਹੜਾ ਹੈ ਹੀ ਉਹ ਰੋੜੇ ਦੇ ਸਾਰੇ ਕਨੈਕਸ਼ਨ ਬੀਜੇਪੀ ਦੇ ਆ। ਉਹ ਇਹਨਾਂ ਨੂੰ ਸੂਟ ਕਰਦਾ, ਉਹ ਚੰਗਾ ਲੱਗਦਾ, ਪਿਆਰਾ ਲੱਗਦਾ। ਇਸ ਲਈ ਇੱਥੇ ਸੁਰਜੀਤ ਪਾਤਰ ਆ, ਕੋਈ ਚੰਗਾ ਹੀ ਜਾ ਕੇ ਉੱਥੇ ਸਲਾਹ ਦਊ, ਗੱਲ ਕਰੂ। ਸਾਡੇ ਕੋਲ ਸੁੱਚਾ ਸਿੰਘ ਗਿੱਲ ਆ, ਸਾਰੀ ਉਮਰ ਇਕਾਨੋਮਿਸਟ ਰਿਹਾ। ਤੁਹਾਡੇ ਇੱਥੇ ਜਿਹੜੇ ਖੇਤੀ 'ਚ ਕੀ ਮਸਲੇ ਆ, ਜਾ ਕੇ ਉੱਥੇ ਉਠਾਉਂਦਾ। ਉੱਥੇ ਮੇਰੇ ਕੋਲ ਨਿੱਜੀ ਦੋਸਤ ਨਹੀਂ ਹੈ, ਮੈਂ 10 ਨਾਂ ਹੋਰ ਵੀ ਲੈ ਸਕਦਾ। ਕਈਆਂ ਦੇ ਤੇ ਮੇਰੀ ਸਗੋਂ ਵਿਰੋਧਤਾ ਹੋਊਗੀ, ਪਰ ਮੈਰਿਟ ਤੇ ਉਹਨਾਂ ਦੀ ਹੈ। ਉਹ ਚਾਹੀਦੇ ਆ ਬੰਦੇ ਇਹੋ ਜਿਹੇ ਚੰਗੇ ਤੋਂ ਚੰਗੇ। ਸਾਡੇ ਕੋਲ ਬੰਦੇ ਪਏ ਹੋਏ ਆ ਜਿਹੜੇ ਸਮਾਜ ਨੂੰ ਵੀ ਸਮਝਦੇ ਹੈਗੇ ਆ, ਜਿਹੜੇ ਇੱਥੇ ਦੀ ਅਰਥ ਵਿਵਸਥਾ ਨੂੰ ਸਮਝਦੇ, ਇੱਥੋਂ ਦੀ ਪੋਲੀਟਿਕਸ ਨੂੰ ਸਮਝਦੇ ਆ, ਸੋਸ਼ਲ ਵਰਕਰ ਹੈਗੇ ਆ, ਔਰਤਾਂ ਹੈਗੀਆਂ। ਬੀਬੀ ਖਾਲੜਾ ਨਜ਼ਰ ਨਹੀਂ ਆਈ ਇੱਥੇ। ਕੋਈ ਅੰਬੇਦਕਰ ਸਾਹਿਬ ਦੇ ਬੜੇ ਬੜੇ ਪਿੱਛੇ ਸਾਰੇ ਫੋਟੋਆਂ ਲਵਾਤੀਆਂ, ਕੋਈ ਇਹਨਾਂ ਨੂੰ ਦਲਿਤ ਲੀਡਰ ਇੱਥੋਂ ਨਜ਼ਰ ਨਹੀਂ ਆਇਆ, ਇੰਟੈਲੈਕਚੁਅਲ। ਬੀਬੀ ਖਾਲੜਾ ਕਿਉਂ ਨਹੀਂ ਨਜ਼ਰ ਆਈ? ਕਿਉਂਕਿ ਬੀਬੀ ਖਾਲੜਾ ਬਾਰੇ ਬਿਆਨ ਦਿੰਦੇ ਭਗਵੰਤ ਸਿੰਘ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀ, ਆਪ ਦਿਖਾਈ ਦਿੰਦੇ ਆ। ਉਹ ਉਸ ਤੋਂ ਬਾਅਦ ਵੀਡੀਓ ਜਿਹੜੀ ਉਹ ਵਾਇਰਲ ਵੀ ਹੋਈ, ਪਰ ਜਦੋਂ ਸੱਤਾ ਦੇ ਵਿੱਚ ਆਏ ਫਿਰ ਬੀਬੀ ਖਾਲੜਾ ਨਜ਼ਰ ਕਿਉਂ ਨਹੀਂ ਆਈ? ਮੈਂ ਕੀ ਕਹਿ ਰਿਹਾ, ਸਾਫ਼ ਨਜ਼ਰ ਆ ਰਿਹਾ ਕਿ ਜੋ ਦਿੱਲੀ ਨੂੰ ਸੂਟ ਕਰ ਰਿਹਾ, ਜੋ ਦਿੱਲੀ ਨੂੰ ਜਿਸ ਗੱਲ ਦੇ ਵਿੱਚ ਲਾਹਾ ਲੱਗ ਰਿਹਾ, ਉਹ ਕੰਮ ਹੋਣਗੇ। ਭੁੱਲ ਜਾਓਗੇ ਤੁਹਾਡੇ ਵਿਕਾਸ ਇੱਥੇ ਹੋਣਾ। ਤੁਹਾਨੂੰ ਵਰਤ ਲਿਆ ਕੇਜਰੀਵਾਲ ਨੇ ਪੰਜਾਬ ਨੂੰ। ਇੱਥੋਂ ਜਿਸ ਤਰ੍ਹਾਂ ਜਹਾਜ਼ ਉਡਾਉਣ ਲਈ ਇੱਕ ਐਰੋਪਲੇਨ ਨਹੀਂ ਹੁੰਦਾ, ਜਾਂ ਉਹ ਸਾਡੇ ਕਰਨ ਲਈ ਇਸਰੋ, ਜਿੱਥੋਂ ਤੁਸੀਂ ਲਾਂਚਿੰਗ ਕਰਦੇ ਆ ਸਾਰੇ ਰੌਕਟ ਜਾਂ ਸੈਟੇਲਾਈਟ, ਸਾਰਾ ਵਗੈਰਾ ਰੌਕਟ ਸੈਟੇਲਾਈਟ ਲਾਂਚ ਕਰਦੇ ਆ, ਉਹੋ ਹੀ ਕੰਮ ਸਾਡਾ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਤੌਰ ਤੇ ਲਾਂਚਿੰਗ ਪੈਡ ਲਈ ਇੱਥੋਂ ਇਹ ਸ਼ੁਰੂ ਹੋ ਗਿਆ। ਇੱਥੇ ਦੀ ਰਾਜਨੀਤਿਕ ਈਸਰੋ ਆ ਪੰਜਾਬ ਕੇਜਰੀਵਾਲ ਲਈ। ਇੱਥੋਂ ਉਹਨੇ ਤਾਂ ਨੂੰ ਜਾਣਾ। ਕੀ ਯਾਰ ਗੱਲਾਂ ਕਰਦੇ, ਕਿਹਨੂੰ ਨਹੀਂ ਸਮਝ ਪੈ ਰਹੀ ਹੈ? ਨੌਲੇਜ ਸ਼ੇਅਰਿੰਗ ਐਗਰੀਮੈਂਟ ਆ ਜਿਹੜਾ, ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ? ਕਿਵੇਂ ਦੇਖਦੇ? ਇਸੇ ਕਰਕੇ ਹੀ ਕੰਟਰੋਲ ਕਰਨਾ। ਉੱਥੋਂ ਪਹਿਲੇ ਦਿਨ ਚੀਫ ਸੈਕਟਰੀ ਨੂੰ ਬੁਲਾ ਲਿਆ। ਕਦੀ ਸੁਣਿਆ ਇਹ ਗੱਲ? ਸਾਡੇ ਕਿਉਂ ਨਹੀਂ ਵਿਰੁੱਧ ਬੋਲਦਾ? ਆਪਣਾ ਮੂੰਹ 'ਚ ਘੁੰਗਣੀਆਂ ਪਾਈ ਬੈਠਾ, ਧੂੰਆਂ ਜਿਹਾ ਬਣਿਆ ਸਾਡੇ ਭਗਵੰਤ ਮਾਨ। ਕਿਉਂ ਨਹੀਂ ਉਹਨੂੰ ਕਹਿੰਦਾ ਕਿ ਤੂੰ ਮੇਰੀ ਬੇਇੱਜ਼ਤੀ ਕੀਤੀ ਹੈ ਇੰਜ ਬੁਲਾ ਕੇ? ਕਹਿੰਦੇ ਜੀ ਉੱਥੇ ਤੇ ਐਡਵਾਈਸ ਲੈਣ ਗਿਆ ਸੀ, ਉੱਥੇ ਉਹਦਾ ਢੰਡੋਰ 'ਚ ਹੀ ਬਣਿਆ, ਉੱਥੇ ਤੇ ਸਿੱਖਿਆ ਲੈਣ ਗਏ ਸੀ। ਕਿਹੜੀ ਗੱਲ ਦੀ ਅਕਲ ਨਹੀਂ? ਕੀ ਦੱਸੂਗੇ ਦਿੱਲੀ ਵਾਲੇ ਸਾਡੇ ਪੰਜਾਬੀਆਂ ਨੂੰ? ਚੀਫ ਸੈਕਟਰੀ ਨੂੰ ਦੱਸਣਗੇ ਵੀ ਆਹ ਤੁਹਾਨੂੰ ਨਹੀਂ ਪਤਾ, ਤੇ ਉਹਨਾਂ ਨੂੰ ਪਤਾ। ਜਿਹੜੀ ਉੱਥੋਂ ਇਹ ਨੌਲੇਜ ਦੀ ਪੁੜੀ ਲੈ ਕੇ ਆ ਗਏ ਤੇ ਇੱਥੇ ਆ ਕੇ ਛੱਟਾ ਦੇ ਦੇਣਾ। ਹੁਣ ਇਹ ਬੇਵਕੂਫ ਬਣਾਉਂਦੇ ਆ ਲੋਕਾਂ ਨੂੰ। ਆਹ ਲੈ ਗਏ ਭਲੇ ਮਾਨਸ ਬੰਦੇ ਨੂੰ, PSPCL ਦੇ ਚੇਅਰਮੈਨ ਨੂੰ, ਸਰਾਂ ਸਾਹਿਬ ਨੂੰ ਲੈ ਗਏ, ਉਹ ਇੱਕ ਹੋਰ ਸੈਕਟਰੀ ਨੂੰ ਵੀ ਲੈ ਗਏ। ਉਹਨੇ ਜਾ ਕੇ ਮੀਟਿੰਗ ਲਈ ਬਕਾਇਦਾ ਦੱਸਿਆ ਵੀ ਗੱਲ ਖਬਰਦਾਰ ਇੱਥੋਂ ਚੱਲਣਾ ਐਵੇਂ ਨਾ ਉੱਥੇ ਆਪਣੀਆਂ ਨਵੀਆਂ ਹੀ ਪਲਾਨਾਂ ਘੜੀ ਜਾਇਓ ਪੰਜਾਬ ਦੇ ਭਗਵੰਤ ਮਾਨ ਦੇ। ਕਹਿੰਦੇ ਮੈਂ ਹਾਂ ਅਸਲ 'ਚ ਰਾਘਵ ਚੱਡੇ ਨੂੰ ਇੱਥੇ ਰੱਖਿਆ ਆ। ਉਹਨੂੰ ਬਿਨਾਂ ਰਾਘਵ ਚੱਡੇ ਤੋਂ ਚੀਫ ਮਿਨਿਸਟਰ ਕੋਈ ਫੈਸਲਾ ਲੈ ਕੇ ਦੱਸੇ। ਉਹ ਕਿਹੜਾ ਹੈਗਾ? ਉਹ ਤਾਂ ਚੀਫ ਮਿਨਿਸਟਰ ਵੀ ਨਹੀਂ ਹੈ। ਉਹਦਾ ਖਾਸ ਬੰਦਾ ਇੱਥੋਂ ਜੋ ਕੇਜਰੀਵਾਲ ਕਹਿੰਦਾ ਉਹਨੂੰ, ਜਿਸ ਤਰ੍ਹਾਂ ਗਵਰਨਰ ਨਹੀਂ ਹੁੰਦਾ ਸੈਂਟਰ ਦਾ ਗਵਰਨਰ ਬੰਦਾ, ਇਹ ਕੇਜਰੀਵਾਲ ਦਾ ਗਵਰਨਰ ਬੰਦਾ ਇੱਥੋਂ ਇਹਦੇ ਬਿਨਾਂ ਪੁੱਛਿਆ ਸਰਕਾਰ ਚਲਾ ਕੇ ਦੱਸਣ, ਕਹਿਣ ਵੀ ਯਾਰ ਇੱਥੇ ਕੋਈ ਲੋੜ ਨਹੀਂ ਉਹਦੀ ਹੈਗੀ। ਇਸ ਲਈ ਉਹ ਕੰਮ ਉਹਨਾਂ ਨੇ ਸੈੱਟ ਕਰ ਲਿਆ। ਸਾਡੇ ਵੀਰ ਜਿਹੜੇ ਆ, ਕਿਉਂਕਿ ਇਹਨਾਂ ਨੇ ਪੰਜਾਬ 'ਚ ਰਹਿਣਾ, ਉਹਨੇ ਦਿੱਲੀ ਰਹਿਣਾ, ਉਹ ਬਣੂਗਾ ਬਣੇ, ਨਾ ਬਣੂਗਾ ਨਾ ਬਣੇ, ਉਹਦਾ ਕੀ ਜਾਂਦਾ? ਉਹ ਉੱਥੇ ਦਾ ਚੀਫ ਮਿਨਿਸਟਰ ਤੇ ਹੈਗਾ ਹੀ ਆ। ਜਿਹੋ ਜਿਹਾ ਲੰਗੜਾ ਲੂਲਾ, ਜਿਹੋ ਜਿਹੀ ਸਰਕਾਰ ਹੈਗੀ ਆ, ਪੂਰੀ ਨਹੀਂ ਹੈਗੀ। ਪਰ ਇੱਥੇ ਜੇ ਲੋਕਾਂ ਦਾ ਧੋਖਾ ਕੀਤਾ, ਲੋਕ ਇਹਨਾਂ ਦਾ, ਜਿਵੇਂ BJP ਦਾ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਇੰਜੀਨੀਅਰ ਆਪ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦੇਣਗੇ। ਇਹ ਮਤ ਸਮਝਣ ਕਿ 5 ਸਾਲੇ ਹੁਣ ਇਹਨਾਂ ਦੀ ਪੱਕੀ ਮੋਹਰ ਲਾ ਕੇ ਤੇ ਇਹਨਾਂ ਨੂੰ ਮੌਜਾਂ ਕਰਨ ਲਈ ਭੇਜ ਦਿੱਤਾ। ਕਹਿੰਦੇ ਕਿ ਅਸੀਂ ਆਹ ਨਹੀਂ ਕਰਦੇ, ਫਲਾਣੇ ਦੀ ਸਿਕਿਉਰਿਟੀ, ਟਮਕਾਣੇ ਦੀ ਸਿਕਿਉਰਿਟੀ। ਦੇਖਿਆ ਨਹੀਂ ਇਹਦੀ ਭੈਣ ਜਾਈ ਹੈ ਜਦੋਂ ਦਰਬਾਰ ਸਾਹਿਬ ਗਏ ਆ ਮੱਥਾ ਟੇਕਣ, 6-7 ਬੰਦੇ, ਅਨੋਵਾ ਵੀ ਸਰਕਾਰੀ, 2 ਜਿਪਸੀਆਂ ਵੀ। ਉਹਨੂੰ ਕਾਹਦੇ ਲਈ ਵੀ? ਤੁਸੀਂ ਜੇ ਆਮ ਆਦਮੀ ਹੈ, ਜੇ ਲੋਕਾਂ ਨੂੰ ਇਹੋ ਜਿਹਾ ਭਰੋਸੇ ਦਿੰਦੇ ਆ ਅਸੀਂ ਵਿਵਸਥਾ ਪਰਿਵਰਤਨ ਕਰਨਾ, ਪਹਿਲਾਂ ਘਰੋਂ ਤੇ ਸ਼ੁਰੂ ਹੋ ਜਾਓ। ਇਸ ਲਈ ਉਹ ਗੱਲਾਂ ਕਹਿਣੀਆਂ ਸੌਖੀਆਂ ਜਦੋਂ ਸਾਡਾ ਹੱਥ ਪੈਂਦਾ ਨਾ ਕਿਸੇ ਸੱਤਾ ਦਾ। ਅਸਲ ਵਿੱਚ ਜਦੋਂ ਤੁਹਾਨੂੰ ਸੰਤ ਸਿਪਾਹੀ ਬਣਨ ਦੀ ਲੋੜ ਪੈਂਦੀ ਹੈ,
ਕਿ ਤੁਸੀਂ ਹੈਗੇ ਤੇ ਸੰਤ ਆ ਪਰ ਡਟੇ ਹੋਏ ਸਿਪਾਹੀਆਂ ਵਾਂਗੂ ਆ, ਤੁਸੀਂ ਰਾਖੇ ਆ ਪੰਜਾਬ ਦੇ। ਉਦੋਂ ਇਹਨਾਂ ਦੇ ਨਾ ਹੱਥ ਵੀ ਕੰਬਦੇ ਆ ਤੇ ਦੇਹ ਵੀ ਤੇ ਜਿਹੜੀ ਆਤਮਾ ਵੀ ਕੰਬ ਉੱਠਦੀ ਆ। ਉਦੋਂ ਕੇਜਰੀਵਾਲ ਤੋਂ ਡਰਨ ਲੱਗ ਜਾਂਦੇ ਆ। ਇਸ ਲਈ ਕੇਜਰੀਵਾਲ ਨੇ ਪਰਾਂ ਨਹੀਂ ਹੋਣਾ ਹੈ, ਇਹ ਖੁਦ ਜੁਰਤ ਕਰਨ, ਆਪਣਾ ਫੈਸਲਾ ਕਰਨ। ਮੈਨੂੰ ਲੱਗਦਾ ਆ ਕਿ ਕਿਤੇ ਨਾ ਕਿਤੇ ਜਿਹੜੀ ਭਗਵੰਤ ਮਾਨ ਦੀ ਚੁੱਪ ਹੈ, ਉੱਥੋਂ ਮੈਨੂੰ ਲੱਗਦਾ ਕਿ ਉਹਨੂੰ ਗੁੱਸਾ ਤੇ ਹੈ ਇਸ ਗੱਲ ਦਾ, ਜਾਂ ਉਹ ਆਪਣੇ ਆਪ ਨੂੰ ਪਿਛਾਂਹ ਕਰ ਰਿਹਾ। ਨਹੀਂ ਜਾਂ ਫਿਰ ਚੁੱਪ ਹੈ ਤੂਫਾਨ ਤੋਂ ਪਹਿਲਾਂ ਦੀ ਆ, ਜਿਹੜੇ ਕਹਿੰਦੇ ਨੇ ਵੀ ਤੂਫਾਨ ਆਉਣ ਤੋਂ ਪਹਿਲਾਂ। ਕਹਿੰਦਾ ਕਿ ਹੋ ਸਕਦਾ ਕਿ ਉਹ ਪਹਿਲਾ ਇੱਕ ਫੇਜ਼ ਹੁੰਦਾ ਕਿ ਜਦੋਂ ਬੰਦਾ ਪਾਸਾ ਜਿਹਾ ਵੱਟਣ ਲੱਗ ਜਾਂਦਾ ਵੀ ਇੱਕ ਚੁੱਪ 100 ਸੁੱਖ। ਫਿਰ ਹੁਣ ਚੁੱਪ ਵੀ ਕਿੰਨੀ ਦੇਰ ਚੁੱਪ ਰਹੋਗੇ, ਕੁਛ ਤੇ ਕਹਿਣਾ ਪਊਗਾ ਨਾ। ਉਹ ਇੱਕ ਦਿਨ ਆਊਗਾ ਕਿ ਜਦੋਂ ਫਿਰ ਹੋ ਸਕਦਾ, ਮੈਨੂੰ ਲੱਗਦਾ ਕਿ ਹੋਰ ਆਉਣ ਵਾਲੇ ਸਮੇਂ 'ਚ ਪੰਗਾ ਲੈਣਾ ਪਵੇ ਦਿੱਲੀ ਨਾਲ, ਉਹਦੇ ਬਗੈਰ ਸਰਨਾ ਨਹੀਂ। ਤੇ ਜੇ ਪੰਗਾ ਲਊਗਾ ਤੇ ਫਿਰ ਚੀਫ ਮਿਨਿਸਟਰੀ ਵੀ ਜਾਂਦੀ ਝੰਡੀ ਲੱਗਦੀ ਹੋ ਸਕਦੀ ਆ। ਪਰ ਉਹਦੇ ਲਈ ਹੁਣ ਤੋਂ ਹੀ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਲੋਭ ਤੋਂ, ਲਾਲਚ ਤੋਂ ਤੇ ਬਿਨਾਂ ਕਿਸੇ ਉਹ ਝਿਜਕ ਤੋਂ ਹੁਣ ਤੋਂ ਇਹਨੂੰ ਤਿਆਰ ਹੋ ਕੇ ਆਪਣਾ ਪੰਜਾਬ ਦੀ ਸਰਕਾਰ ਪੰਜਾਬੀਆਂ ਲਈ, ਪੰਜਾਬੀ ਗੌਰਮੈਂਟ ਰਾਹੀਂ ਚੰਡੀਗੜ੍ਹ ਤੋਂ ਚੱਲਣੀ ਚਾਹੀਦੀ ਹੈ, ਨਾ ਕਿ ਦਿੱਲੀ ਤੋਂ। ਪ੍ਰੋਫੈਸਰ ਸਾਹਿਬ, ਪੰਜਾਬੀਆਂ ਦੇ ਨਾਲ ਸੁਨੇਹਾ ਕੀ ਰਹੂਗਾ ਪੰਜਾਬ ਦੇ, ਖਾਸ ਕਰ ਉਹਨਾਂ ਵੋਟਰਾਂ ਦੇ ਨਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ? ਦੇਖੋ, ਇਹ ਗੱਲ ਤੇ ਸਰਕਾਰ ਦੀ ਠੀਕ ਹੈ ਕਿ ਕੁਝ ਸਾਨੂੰ ਸਮਾਂ ਦਿਓ। ਅਸੀਂ ਆਪਣੇ ਵੀਰਾਂ ਨੂੰ, ਵੋਟਰਾਂ ਨੂੰ ਕਵਾਂਗੇ ਕਿ ਵਾਕਿਆ ਹੀ ਕੁਝ ਸਮਾਂ ਉਹਨਾਂ ਨੂੰ ਦੇ ਦਿਓ। ਘੱਟੋ ਘੱਟ 100 ਦਿਨ ਤੇ ਦੇ ਦਿਓ। 100 ਦਿਨ 'ਚ ਤੁਹਾਨੂੰ ਇੱਕ ਅੰਦਾਜ਼ਾ ਜਿਹਾ ਮੋਟਾ ਲੱਗ ਜੂਗਾ ਵੀ ਇਹਨਾਂ ਦੀ ਸਪੀਡ ਕੀ ਹੈ ਤੇ ਕਿੱਧਰ ਨੂੰ ਜਾਣਾ ਚਾਹੁੰਦੇ ਆ। ਇਹ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਆ ਕਿ ਪਿੰਡਾਂ ਵਾਲਿਆਂ ਨੂੰ, ਗਲੀਆਂ ਮਹੱਲਿਆਂ ਨੂੰ, ਜਿਹੜਾ ਸਵਰਾਜ ਦੱਸਦੇ ਸੀ ਉੱਧਰ ਨੂੰ ਜਾਣਾ ਚਾਹੁੰਦੇ ਆ। ਜੇ ਤੇ ਉੱਧਰ ਨੂੰ ਚੱਲ ਪਏ ਫਿਰ ਇੱਕ ਉਮੀਦ ਹੈਗੀ ਆ, ਸਾਥ ਦੇਣਾ ਚਾਹੀਦਾ ਸਰਕਾਰ ਦਾ ਸਾਨੂੰ। ਪਰ ਜੇ ਇਹਨਾਂ ਨੇ ਦੂਜੀਆਂ ਪਾਰਟੀਆਂ ਵਾਂਗੂ ਹੀ ਧੋਖਾਧੜੀ ਵਾਲਾ ਕੰਮ ਕੀਤਾ, ਆਪਣੀ ਰਾਜਨੀਤੀ ਕੇਜਰੀਵਾਲ ਨੂੰ ਚਮਕਾਉਣ ਲਈ ਰਾਜਨੀਤੀ ਦੇ ਵਿੱਚ ਪੰਜਾਬ ਨੂੰ ਪਲੇਟਫਾਰਮ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਇਹ ਗੱਲ ਵੀ ਤਿਆਰ ਰਹਿ ਜਾਣ ਕਿ ਇਹਨਾਂ ਦਾ ਵੀ ਬੀਜੇਪੀ ਵਾਂਗੂ ਆਪਣੇ ਘਰਾਂ ਤੋਂ ਨਿਕਲਣਾ ਲੋਕ ਮੁਸ਼ਕਲ ਕਰ ਦੇਣਗੇ। ਕਿਸੇ ਨੇ ਨਹੀਂ 5 ਸਾਲ ਇੰਤਜ਼ਾਰ ਕਰਨੀ, 1 ਸਾਲ ਵੀ ਕੱਢਣਾ ਮੁਸ਼ਕਲ ਹੋ ਜੂ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਕੀਮਤੀ ਸਮਾਂ ਦਿੱਤਾ, ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਸੀ। ਪੰਜਾਬ ਦੇ ਵਿੱਚ ਜੋ ਬਦਲਾਅ ਦੀ ਸਰਕਾਰ ਆਈ ਆ ਉਹਦੇ ਬਾਰੇ ਕੀ ਸੋਚਦੇ ਨੇ, ਇਸ ਦੇ ਬਾਰੇ ਗੱਲਬਾਤ ਕੀਤੀ ਆ। ਕੀ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਲੋਕ ਜਿਹੜੇ ਬਦਲਾਅ ਦੀ ਕਿਰਨ ਜਿਹੜੀ ਹੈਗੀ ਆ ਦੇਖ ਰਹੇ ਸੀ, ਇੱਕ ਆਸ ਦੀ ਕਿਰਨ ਜਿਹੜੀ ਆ ਵੱਜੀ ਸੀ, ਉਸ ਦੇ ਉੱਪਰ ਪਾਰਟੀ ਜਿਹੜੀ ਹੈਗੀ ਆ, ਆਮ ਆਦਮੀ ਪਾਰਟੀ ਜਿਹੜੀ ਆ, ਉਹ ਕਿੰਨੀ ਕੁ ਖਰੀ ਉਤਰ ਰਹੀ ਹੈ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।